जिन कल राखी मेरी, सब ते बड़ा सतगुरु नानक। जिन कल राखी मेरी, साहिब श्री गुरु ग्रंथ साहिब सच्चे पातशाह जी की पावन पवित्र हाजूरी दे विच सुभाईमान गुरु प्यारिओ, आप बड़े धनता दे योग हो, सत्कार योग हो। गुरु पातशाह की कृपा रहमत दे सदका गुरु की पावन बाणी ते गुरु नानक साहब जी दे जीवन दे विचों आपां इतिहास सरवण कर रहे हाँ। आओ गुरु नानक पातशाह जी दे लंबे सफ़र की जो साडे समाज नूं एक बहुत वड्डी बख्शिश आ, उहदे विचों किणका असीं भी अपनी रूह की खुराक बनाइए ते सफल होइए। गुरु पातशाह जी की बख्शिश गुरफतेह की सांझ सबने पाउणी। इक्के बार कहण ते बोलना जी आखिओ वाहिगुरू जी का खालसा वाहिगुरू जी की फतेह। कल आपां गुरु नानक साहब जी दे जनेऊ पाउण की रस्म तक विचार जिहड़ी गुर इतिहास दे विचों सांझी कीती सी। किन्ना ज्ञान होवेगा मेरे सतगुर नूं जिन्हां ने एडे वड्डे इकट्ठ दे विच पंडित हरदयाल दास वर्गियां नूं बड़े 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 सवाल किए, विचार की, जिसते बड़े बड़े विद्वानां नूं भी 9 साल की उम्र विच पातशाह द्वारा की गई गोष्ठी जनेऊ पाउण संबंधी सवाल के जवाब नहीं आए। इस तो अगला इतिहास साडे समाज की रीत के मुताबिक बच्चे नूं पढ़ाउण तो बाद परिवारक रस्म तो बाद उसनूं किसी काम ते लाउण दी ब्योंत सोची जाती है। बच्चा वड्डा हो गया, इनू किसी काम ते ला दो, नाले उहदा शरीरक पक्षों ठीक रहेगा ते नाले माड़े कामां तो बच जाएगा। ते हुण गुरु नानक साहब जी नूं उस टाइम दे विच घर दा काम की मिलिया? मੱਝਾਂ गावां पशुओं की संभाल। अज दे वक्त विच सानूं बेशक पशुओं की पालना करनी बुरी लगे, औखी लगे, उस तो सानूं नफरत हो सकती है। गोहे कूड़े च कित्थे हथ मारांगे, कित्थे पशुओं के विच पशु होवांगे। खेती करनी अज भावें सानूं दुभर लगती है, औखी लगती है। ते सच जाणो धन गुरु नानक देव महाराज जी नूं उस टाइम दे विच घर दे विच परिवारक तल ते जिंदगी जिउंदियां पशु संभालण की ड्यूटी आ घर दे विच लगी। ते गुरु नानक साहब ने मੱਝਾਂ गावां चारनियां संभालना, दूर नेड़े चारण वास्ते लै जाना, बड़े लोगों का मिलाप हुंदा, किरती लोगों का। हुण जदों मੱਝਾਂ गावां चार निकलिया बंदा घरों
ਤੇ ਮਿਲਾਪ ਤਾਂ ਹੋਣਾ ਸੁਭਾਵਿਕ ਆ ਨਾ। ਤੇ ਮਿਲਾਪ ਕਿਹਨਾਂ ਦਾ ਹੁੰਦਾ? ਵਿਹਲੜਾਂ ਦਾ ਨਹੀਂ ਹੁੰਦਾ, ਕਿਰਤੀ ਲੋਕਾਂ ਦਾ ਮਿਲਾਪ ਹੁੰਦਾ। ਉਹਨਾਂ ਮਿਲਣੀਆਂ ਦੇ ਦੌਰਾਨ ਇਸੇ ਤਲਵੰਡੀ ਦਾ ਚੌਧਰੀ ਆ, ਜਿਹਨੂੰ ਆਪਾਂ ਬੜੇ ਪਿਆਰ ਦੇ ਨਾਲ ਰਾਏ ਬੁਲਾਰ ਕਹਿੰਦੇ ਆ, ਜੋ ਗੁਰੂ ਨਾਨਕ ਸਾਹਿਬ ਦੀ ਸਾਡੇ ਇਤਿਹਾਸ ਨੇ ਮੰਨਿਆ ਵੀ ਪਹਿਲੀ ਸਿੱਖ ਬੇਬੇ ਨਾਨਕੀ ਆ। ਤੇ ਉਸ ਤੋਂ ਬਾਅਦ ਰਾਏ ਬੁਲਾਰ ਮਰਦਾਨਾ ਜੀ ਵਰਗਿਆਂ ਦਾ ਨੰਬਰ ਆਉਂਦਾ ਗਾ। ਰਾਏ ਬੁਲਾਰ ਆ, ਇਹ ਵੀ ਪਿਓ ਪਟਵਾਰੀ ਹੋਣ ਕਰਕੇ ਗੁਰੂ ਨਾਨਕ ਸਾਹਿਬ ਦਾ ਤੇ ਗੁਰੂ ਨਾਨਕ ਸਾਹਿਬ ਨੂੰ ਜਾਣਦੇ ਨੇ। ਜਨੇਊ ਪਾਉਣ ਦੀ ਰਸਮ ਵੇਲੇ ਵੀ ਪਹੁੰਚੇ ਸਨ। ਰਾਹ ਖੇਤ ਇੱਧਰ ਉੱਧਰ ਵੀ ਮਿਲਦੇ ਨੇ। ਤੇ ਗੁਰੂ ਨਾਨਕ ਸਾਹਿਬ ਦਾ ਸੁਭਾਅ ਤੇ ਗੁਰੂ ਨਾਨਕ ਸਾਹਿਬ ਦੀ ਕਿਰਤ ਨੂੰ ਵੇਖ ਕੇ ਕਿਰਤੀ ਲੋਕਾਂ ਨੇ ਉਪਮਾ ਕਰਨੀ ਸ਼ੁਰੂ ਕਰ ਦਿੱਤੀ, ਵਡਿਆਈ। ਉਹ ਵਡਿਆਈ ਸੁਣ ਕੇ ਰਾਏ ਬੁਲਾਰ ਵੀ ਪ੍ਰਭਾਵਿਤ ਹੋ ਗਿਆ। ਹੁਣ ਆਪਾਂ ਨੂੰ 1 ਮਿੰਟ ਇੱਥੇ ਰੁਕ ਕੇ ਸੋਚਣਾ ਪਵੇਗਾ, ਗੁਰੂ ਨਾਨਕ ਸਾਹਿਬ ਦੇ ਕਿੰਨੇ ਪਵਿੱਤਰ ਬੋਲ ਹੋਣਗੇ, ਗੁਰੂ ਨਾਨਕ ਸਾਹਿਬ ਦੇ ਕਿੰਨੇ ਪਾਕ ਤੇ ਪਵਿੱਤਰ ਬੋਲ ਹਨ। ਉਹਨਾਂ ਟਾਈਮਾਂ 'ਚ ਹੋਣਗੇ, ਅੱਜ ਹਨ, ਸਾਡੇ ਕੋਲੇ ਮੌਜੂਦ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ। ਜਿਨ੍ਹਾਂ ਬੋਲਾਂ ਨੂੰ ਸੁਣ ਕੇ ਆਮ ਬੰਦਾ ਤਾਂ ਕੀਲਿਆ ਜਾਵੇ, ਤੇ ਇੱਥੇ ਵੱਡੇ ਵੱਡੇ ਰਾਜੇ ਵੀ ਕੀਲੇ ਗਏ। ਰਾਏ ਬੁਲਾਰ ਵਰਗੇ ਉਹ ਵੀ ਗੁਰੂ ਨਾਨਕ ਸਾਹਿਬ ਅੱਗੇ ਹੱਥ ਬੰਨ੍ਹ ਕੇ ਖੜ ਗਏ। ਚਲੋ, ਮੱਝਾਂ ਗਾਵਾਂ ਪਾਲਣ ਦੇ ਦੌਰਾਨ, ਸਾਂਭਣ ਦੇ ਦੌਰਾਨ ਗੁਰੂ ਸਾਹਿਬ ਨੇ ਜਾਣੀ ਕਿ ਕਿਰਤ ਨੂੰ ਮਾਨਤਾ ਦਿੱਤੀ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਸ ਵਕਤ ਦੇ ਦੌਰਾਨ ਆਪਾਂ ਨੂੰ ਪਤਾ ਬੇਬੇ ਨਾਨਕੀ ਦਾ ਵਿਆਹ ਵੀ ਹੋਇਆ। ਗੁਰੂ ਨਾਨਕ ਸਾਹਿਬ ਜੀ ਦੀ ਜੋ ਵੱਡੀ ਭੈਣ ਆ, ਉਹਨਾਂ ਦਾ ਵਿਆਹ, ਉਹਨਾਂ ਦਾ ਜਿਹੜਾ ਸ਼ਾਦੀ ਵਾਲਾ ਕਾਰਜ ਹੈਗਾ, ਉਹ ਸੁਲਤਾਨਪੁਰ ਦੀ ਧਰਤੀ, ਸੁਲਤਾਨਪੁਰ ਦੀ ਧਰਤੀ ਦਾ ਰਹਿਣ ਵਾਲਾ ਭਾਈ ਜੈ ਰਾਮ, ਉਹਨਾਂ ਦੇ ਨਾਲ ਹੁੰਦਾ। ਜੈ ਰਾਮ ਦੇ ਨਾਲ ਮਿਲਾਪ ਕਿਵੇਂ ਹੁੰਦਾ? ਜੈ ਰਾਮ ਦੇ ਨਾਲ ਮਿਲਾਪ ਕਿਵੇਂ ਹੁੰਦਾ ਗਾ? ਕਿਉਂਕਿ ਜਿਹੜਾ ਸੁਲਤਾਨਪੁਰ ਦਾ ਨਵਾਬ ਆ, ਦੌਲਤ ਖਾਂ, ਉਹ ਵੀ ਆਪਣੇ ਇਲਾਕੇ ਦਾ ਚੌਧਰੀ ਆ, ਸੌਖਾ ਗਾ, ਅਮੀਰ ਆ। ਤੇ ਇਧਰੋਂ ਤਲਵੰਡੀ ਦਾ ਚੌਧਰੀ ਕੌਣ ਹੈਗਾ? ਰਾਏ ਬੁਲਾਰ। ਰਾਏ ਬੁਲਾਰ ਦੇ ਨਾਲ ਨਵਾਬ ਦੌਲਤ ਖਾਂ ਦੀ ਆਉਣੀ ਜਾਣੀ ਆ। ਤੇ ਇਧਰੋਂ ਰਿਸ਼ਤੇਦਾਰੀ ਵੀ ਮੰਨਿਆ ਜਾਂਦਾ ਵੀ ਇਹਨਾਂ ਦੀ ਆਪਸ ਵਿੱਚ ਰਿਸ਼ਤੇਦਾਰੀ ਵੀ ਆ। ਤੇ ਗੁਰੂ ਨਾਨਕ ਸਾਹਿਬ ਦੇ ਬਾਪ ਮਹਿਤਾ ਕਾਲੂ ਜੀ ਦੀ ਜਿਹੜੀ ਜਾਣੀ ਆਉਣੀ ਆ, ਉਹ ਵੀ ਭਾਵ ਰਾਏ ਬੁਲਾਰ ਦੇ ਨਾਲ ਬਹੁਤ ਜ਼ਿਆਦਾ ਨੇੜਤਾ। ਤੇ ਇੱਕ ਪੇਸ਼ੇ ਵਜੋਂ, ਕਿੱਤੇ ਵਜੋਂ ਪਟਵਾਰੀ ਵੀ ਨੇ। ਉਧਰੋਂ ਦੌਲਤ ਖਾਨ ਦੇ ਘਰ ਵਿੱਚ ਡਿਊਟੀ ਕਰਨ ਵਾਲਾ ਉਹਨਾਂ ਦੇ ਨੇੜਲਾ ਮਿੱਤਰ, ਉਹਨਾਂ ਦਾ ਇੱਕ ਮੁਨੀਮ ਕਹਿ ਲਓ ਜੈ ਰਾਮ ਆ। ਕਹਿਣ ਤੋਂ ਭਾਵ ਗੁਰੂ ਨਾਨਕ ਸਾਹਿਬ ਦਾ ਬਾਪ ਜੈ ਰਾਮ ਨੂੰ ਵੀ ਜਾਣਦਾ। ਜਾਣਨ ਕਰਕੇ ਦੌਲਤ ਖਾਨ ਦੇ ਨਾਲ ਨੇੜਤਾ ਹੋਣ ਕਰਕੇ, ਇੱਧਰੋਂ ਰਾਏ ਬੁਲਾਰ ਦੇ ਨਾਲ ਨੇੜਤਾ ਹੋਣ ਕਰਕੇ, ਰਾਏ ਬੁਲਾਰ ਤੇ ਦੌਲਤ ਖਾਨ ਨੇ ਆਪਸ ਵਿੱਚ ਪੈ ਕੇ, ਜਿਹਨੂੰ ਆਪਾਂ ਵਿਚੋਲਾ ਕਹਿ ਦਿੰਦੇ ਹਾਂ, ਵਿਚੋਲੇ ਬਣ ਕੇ ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਬੇਬੇ ਨਾਨਕੀ ਦਾ ਰਿਸ਼ਤਾ ਸੁਲਤਾਨਪੁਰ ਦੀ ਧਰਤੀ ਤੇ ਜੈ ਰਾਮ ਦੇ ਨਾਲ ਕਰ ਦਿੱਤਾ। ਇਹ ਗੱਲ ਇੱਥੇ ਹੋਰ ਧਿਆਨ ਵਿੱਚ ਰੱਖਿਓ, ਜਿਹੜਾ ਸੁਲਤਾਨਪੁਰ ਸ਼ਹਿਰ ਆ ਨਾ, ਸ਼ਾਇਦ ਆਪਾਂ ਬਹੁਤ ਘੱਟ ਗਏ ਆ, ਸਾਡਾ ਚਿੱਤ ਵੀ ਨਹੀਂ ਮੰਨਦਾ, ਸਾਡਾ ਜਿਹੜਾ ਅੰਦਰ ਦਾ ਸੁਭਾਅ ਨਾ ਉਹ ਵੀ ਨਹੀਂ ਮੰਨਦਾ ਕਿ ਇਹਨੇ ਛੱਡ ਯਾਰ ਕਿੱਥੇ ਜਾਵਾਂਗੇ, ਕੰਮ ਹੀ ਇੰਨੇ ਆ, ਕਿਹੜਾ ਟਾਈਮ ਕੱਢੂਗਾ, ਜੇ ਮੈਂ ਵਗ ਗਿਆ ਮੇਰੇ ਬਿਨਾਂ ਤਾਂ ਕੰਮ ਖੜ ਜਾਣਾਗਾ, ਮੈਂ ਨਹੀਂ ਜਾਣਾਗਾ, ਨਾ ਹੀ ਮੇਰੇ ਕੋਲੇ ਵਕਤ ਆ, ਨਾ ਹੀ ਸਾਡਾ ਜੀਅ ਕਰਦਾ। ਹਾਂ, ਕਦੇ ਨਾ ਕਦੇ ਅਸੀਂ ਉੱਥੇ ਜ਼ਰੂਰ ਜਾਇਆ ਨਾ, ਕਿੱਥੇ ਜਿੱਥੇ ਮਨਮਤ ਹੁੰਦੀ ਹੋਵੇ। ਵਾਹਿਗੁਰੂ ਭਲਾ ਕਰੇ। ਅਸਲ ਦੇ ਵਿੱਚ ਜੇ ਆਪਾਂ ਵੇਖੀਏ ਨਾ, ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਜਿਹੜੇ ਜ਼ਿਆਦਾ ਗੁਰਦੁਆਰਾ ਸਾਹਿਬ ਨੇ ਉਹ ਪਾਕਿਸਤਾਨ ਦੇ ਵਿੱਚ ਨੇ।
ਤੇ ਜੇ ਗੁਰੂ ਨਾਨਕ ਦੇ ਗੁਰਦੁਆਰੇ ਸਾਰੇ ਸਤਿਕਾਰਯੋਗ ਨੇ, ਤੇ ਉਦੋਂ ਅੱਗੇ ਜੇ ਨੋਟ ਗੱਲ ਕਰੀਏ ਨਾ, ਤੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਲ ਜੀਵਨ ਨਾਲ ਜੁੜਿਆ ਹੋਇਆ ਗੁਰਦੁਆਰਾ ਸਾਹਿਬ ਪੰਜਾਬ ਦੀ ਧਰਤੀ ਤੇ ਅੱਜ ਕੱਲ ਉਹ ਸੁਲਤਾਨਪੁਰ ਆ, ਤੇ ਆਪਣੇ ਵਿੱਚੋਂ ਜੇ ਆਪਾਂ ਹੱਥ ਖੜੇ ਕਰਵਾਈਏ ਨਾ, ਕਿੰਨੇ ਕਿੰਨੇ ਜਿਹੜੇ ਸੁਲਤਾਨਪੁਰ ਗਏ ਨੇ। ਹਾਂ, ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਆਉਂਦਾ ਨਾ, ਉਦੋਂ ਕਪਾਲ ਮੋਚਨ ਦੀ ਤਿਆਰੀ ਸਾਡੀ ਸਾਰਿਆਂ ਦੀ ਹੁੰਦੀ ਆ। ਇਹਦਾ ਪਤਾ ਨਾ ਆਪਾਂ ਨੂੰ ਉੱਥੇ ਕੀ ਆ, ਪਤਾ ਨਾ ਆਪਾਂ ਨੂੰ। ਚਲੋ ਮੰਨ ਲਓ ਵੀ ਕਥਾ ਕੀਰਤਨ ਉੱਥੇ ਕੁਝ ਜਾ ਕੇ ਸਿੱਖ ਕੇ ਆਈਏ ਤਾਂ ਸ਼ਾਬਾਸ਼ ਆ, ਤੇ ਇੱਕ ਦੂਜੇ ਦੇ ਵਿੱਚ ਵੱਜ ਕੇ ਆਉਣਾ, ਫਿਰ ਆਪਾਂ ਨੂੰ ਕਹਿਣਾ ਪਊਗਾ ਵੀ ਉੱਥੇ ਸਾਡੀ ਜਾਣੀ ਬਹੁਤ ਵੱਡੀ ਬੇਵਕੂਫੀ ਆ। ਮੇਰੇ ਵਰਗੇ ਅੰਮ੍ਰਿਤਧਾਰੀ ਵੀ ਆ, ਨਿਤਨੇਮੀ ਵੀ ਆ, ਰੋਜ਼ ਗੁਰਦੁਆਰਾ ਸਾਹਿਬ ਆਉਣ ਵਾਲੇ ਵੀ ਆ, ਫਿਰ ਵੀ ਕਹਿੰਦੇ ਨਹੀਂ ਜੀ ਅਸੀਂ ਤਾਂ ਹਰ ਸਾਲ ਜਾਂਦੇ ਆ। ਆਹੋ, ਆਪਣੇ ਬਿਨਾਂ ਤਾਂ ਕਪਾਲ ਮੋਚਨ ਵਾਲਿਆਂ ਦਾ ਪ੍ਰਬੰਧ ਖੜ ਜੂ ਨਾ ਜੇ ਨਾ ਗਏ, ਇਹੀ ਕਹਿਣਾ ਪਊ ਨਾ। ਹਾਂ, ਉਧਰ ਨੂੰ ਜ਼ਰੂਰ ਜਾਵਾਂਗੇ ਜਿੱਥੇ ਮਨਮੱਤ ਆ, ਤੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਐਡੇ ਵੱਡੇ ਉੱਘੇ ਸ਼ਹਿਰ ਦੇ ਵਿੱਚ ਕਿੰਨੇ ਸੋਹਣੇ ਕੰਮ ਕੀਤੇ ਨੇ, ਉੱਥੇ ਨਹੀਂ ਕੋਈ ਜਾਂਦਾ ਹੈਗਾ। ਇਹ ਆਪਾਂ ਇੱਥੇ ਵਿੱਚੋਂ ਗੱਲ ਕਰਨ ਲੱਗੇ ਆਂਗੇ, ਲੜੀ ਭਾਵੇਂ ਆਪਣੀ ਵਿਸ਼ਕ ਪਿੱਛੇ ਹੈਗੀ, ਪਰ ਇਹ ਜਿਹੜਾ ਸ਼ਹਿਰ ਆ ਨੇ ਬਹੁਤ ਉੱਘਾ ਸ਼ਹਿਰ ਆ। ਸ਼ਾਹਜਹਾਨ ਦੇ ਪੁੱਤ ਔਰੰਗਜ਼ੇਬ ਤੇ ਦਾਰਾ ਸ਼ਕੋਹ, ਔਰੰਗਜ਼ੇਬ ਤੇ ਦਾਰਾ ਸ਼ਕੋਹ ਸੁਲਤਾਨਪੁਰ ਦੀ ਧਰਤੀ ਤੇ ਪੜ੍ਹੇ ਹੋਏ ਨੇਗੇ। ਉਹਨਾਂ ਦੀ ਜਿਹੜੀ ਸਕੂਲੀ ਪੜ੍ਹਾਈ ਆ ਨਾ, ਉਹ ਸੁਲਤਾਨਪੁਰ ਹੋਈ ਵੀ ਹੈਗੀ। ਤੇ ਸ਼ਾਹਜਹਾਨ ਕੌਣ ਆ? ਮੌਕੇ ਦਾ ਰਾਜਾ, ਪ੍ਰਧਾਨ ਮੰਤਰੀ, ਦਿੱਲੀ ਦਾ ਰਾਜਾ, ਇੰਡੀਆ ਦਾ ਰਾਜਾ, ਹੈ ਨਾ। ਤੇ ਇੰਡੀਆ ਦੇ ਪ੍ਰਧਾਨ ਦੇ ਬੱਚੇ ਸੁਲਤਾਨਪੁਰ ਪੜ੍ਹ ਕੇ ਗਏ ਨੇਗੇ। ਖੋਜ ਕਰਕੇ ਦੇਖੋ, ਸੱਚ ਦੀ ਖੋਜ ਕਿਤਾਬ, ਉਹਦੇ ਵਿੱਚ ਜ਼ਿਕਰ ਕੀਤਾ ਪਾਤਸ਼ਾਹ ਜੀ ਦੇ ਜੀਵਨ ਬਾਰੇ ਵੀ ਕਿੰਨੀਆਂ ਇਤਿਹਾਸਕ ਘਟਨਾਵਾਂ ਨੇ ਜਿਹੜੀਆਂ ਸੁਲਤਾਨਪੁਰ ਦੇ ਨਾਲ ਜੁੜੀਆਂ ਹੋਈਆਂ ਨੇ। ਚਲੋ, ਕਹਿਣ ਤੋਂ ਭਾਵ ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਦਾ ਵਿਆਹ ਜਿਹੜਾ ਹੈ, ਉਹ ਗੁਰੂ ਨਾਨਕ ਸਾਹਿਬ ਜੀ ਦੇ ਦੇਖ ਰੇਖ ਹੇਠ ਕਹਿ ਲਓ ਕਿੱਥੇ ਹੋ ਗਿਆ? ਸੁਲਤਾਨਪੁਰ ਦੀ ਧਰਤੀ ਤੇ। ਗੁਰੂ ਨਾਨਕ ਸਾਹਿਬ ਨੇ ਆਪਣੀ ਵੱਡੀ ਭੈਣ ਦੇ ਵਿਆਹ ਵਿੱਚ ਇੰਨੀ ਰੱਜ ਕੇ ਮਿਹਨਤ ਕੀਤੀ, ਕਮਾਈ ਕੀਤੀ। ਇਉਂ ਵੀ ਲਿਖਿਆ ਜਾਂਦਾ ਗੁਰੂ ਨਾਨਕ ਸਾਹਿਬ ਅੱਜ ਦੀ ਸਾਡੀ ਰੀਤ ਵਾਂਗੂ ਨਾ ਆਪਣੀ ਭੈਣ ਦੇ ਨਾਲ ਸੁਲਤਾਨਪੁਰ ਵੀ ਗਏ, ਵਾਪਸ ਆਏ, ਮੱਝਾਂ ਗਾਵਾਂ ਚਾਰਨੀਆਂ ਬੰਦ ਕੀਤੀਆਂ। ਘਰ ਦੇ ਵਿੱਚ ਆਵਾਜ਼ ਆਈ ਵੀ ਗੁਰੂ ਨਾਨਕ ਸਾਹਿਬ ਨੂੰ ਕਿਸੇ ਹੋਰ ਚੰਗੇ ਕਿੱਤੇ ਤੇ ਲਾ ਦਿੱਤਾ ਜਾਵੇ। ਆਪਣੀ ਸਾਰਿਆਂ ਦੀ ਸੋਚ ਹੁੰਦੀ ਆ, ਬੇਟਾ ਨੌਜਵਾਨ ਹੋ ਗਿਆ, ਇਹਨੂੰ ਕਿਸੇ ਚੰਗੇ ਆਹਰ ਤੇ ਲਾ ਦਈਏ। ਪਟਵਾਰੀ ਦਾ ਪੁੱਤ ਆਮ ਕਿੱਤੇ ਤੇ ਨਹੀਂ, ਚੰਗੇ ਕਿੱਤੇ ਤੇ। ਗੁਰੂ ਨਾਨਕ ਸਾਹਿਬ ਨੂੰ ਦੁਕਾਨ ਨਹੀਂ ਪਵਾਈ, ਗੁਰੂ ਨਾਨਕ ਸਾਹਿਬ ਨੂੰ ਹੋਰ ਕੋਈ ਕਿਸੇ ਤਰ੍ਹਾਂ ਦਾ ਇੱਧਰ ਉੱਧਰ ਕੰਮ ਨਹੀਂ ਦਿੱਤਾ। ਜੇ ਕੰਮ ਦਿੱਤਾ, ਪਹਿਲਾਂ ਮੱਝਾਂ ਗਾਵਾਂ ਚਾਰਨੀਆਂ, ਕੁਝ ਵਕਤ ਚਾਰੀਆਂ, ਕੰਮ ਕੀਤਾ। ਭੈਣ ਦੇ ਵਿਆਹ ਦੇ ਸਮੇਂ ਦੌਰਾਨ ਮਿਹਨਤ ਕੀਤੀ। ਉਸ ਤੋਂ ਬਾਅਦ ਇੱਕ ਦਿਨ ਧੰਨ ਗੁਰੂ ਨਾਨਕ ਦੇ ਮਹਾਰਾਜ ਉਹਨਾਂ ਨੂੰ ਪਿਤਾ ਕਾਲੂ ਜੀ ਨੇ ਆਪਣੇ ਵੱਲੋਂ ਸੱਚ ਦਾ ਸੌਦਾ ਕਰਨ ਦੇ ਲਈ ਪ੍ਰੇਰਿਤ ਕੀਤਾ। ਪੁੱਤ, ਤੂੰ ਵਪਾਰੀ ਬਣ ਜਾ, ਵੱਡਾ ਬਿਜ਼ਨਸਮੈਨ ਬਣ ਜਾ, ਆ ਲੈ 20 ਦਿਨਾਰ, ਤੇ ਤੂੰ ਜਾ ਕੇ ਨਾ ਸੱਚਾ ਸੌਦਾ ਕਰਕੇ ਆ, ਸੱਚ ਦਾ ਕੰਮ ਕਰਕੇ ਆ। ਸਤ ਵਚਨ। ਤੇ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਅੱਜ ਦੀ ਭਾਸ਼ਾ ਮੁਤਾਬਕ ਆਪਾਂ ਇਉਂ ਕਹੀਏ 20 ਰੁਪਏ ਲੈ ਕੇ, ਵੈਸੇ ਉਦੋਂ ਬਹਿਲੋਲ ਲੋਧੀ ਦੇ ਦਿਨਾਰ ਹੁੰਦੇ ਸਨ। ਬਹਿਲੋਲ ਲੋਧੀ ਨਾਂ ਦਾ ਟਕਾ ਹੁੰਦਾ ਸੀ, ਰੁਪਈਏ ਨਹੀਂ। ਰੁਪਈਏ ਆਇਆ ਨੂੰ ਤਾਂ ਘੱਟੋ ਘੱਟ 250-300 ਸਾਲ ਹੋਇਆ ਹੈਗਾ। 250-300 ਸਾਲ ਦੇ ਦੌਰਾਨ ਹੀ ਰੁਪਈਏ ਆਏ ਨੇ। ਉਦੋਂ ਪਹਿਲਾਂ ਪੈਸੇ, ਟਕੇ, ਛਿੱਕੇ, ਇੱਦਾਂ ਦਿਨਾਰ। ਉਸ ਟਾਈਮ ਤੇ ਦਿਨਾਰ ਸਨ, ਮਤਲਬ ਕਿ ਬਹਿਲੋਲ ਲੋਧੀ ਦੇ ਨਾਂ ਦਾ ਦਿਨਾਰ ਸੀ। ਤੇ ਇੱਕ ਦਿਨਾਰ ਦੀ ਕੀਮਤ ਕਿੰਨੀ ਆ? 5 ਸੇਰ ਉਹਨਾਂ ਵਕਤਾਂ ਦਾ ਘਿਓ ਆ ਜਾਣਾ। ਉਹਨਾਂ ਵਕਤਾਂ ਦੀ ਇੱਕ ਦਿਨਾਰ ਦੇ ਦੌਰਾਨ 6 ਮਹੀਨਿਆਂ ਦੀ ਘਰ ਦੇ ਵਿੱਚ ਕਣਕ ਇਕੱਠੀ ਹੋ ਜਾਣੀ। ਇੱਕ ਦਿਨਾਰ ਦੀ ਮਤਲਬ ਇਉਂ ਕਹ ਲਓ 1 ਰੁਪਈਏ ਦੀ, ਆਪਾਂ ਰੁਪਈਆ ਅੱਜ ਦੀ ਭਾਸ਼ਾ, 1 ਦਿਨਾਰ। ਬਹਿਲੋਲ ਉਹਦੇ ਸਿੱਕਾ ਕਿੰਨੀ ਕੀਮਤ ਆ? 6 ਮਹੀਨਿਆਂ ਦੀ ਰਸਦ ਆ ਜਾਣੀ। ਇੱਕ ਦਿਨਾਰ ਦੀ ਉਸ ਟਾਈਮ ਦੇ ਵਿੱਚ ਕੀਮਤ ਲਾਹੌਰ, ਦਿੱਲੀ, ਆਗਰਾ, ਵੱਡੇ ਵੱਡੇ ਸ਼ਹਿਰਾਂ ਤੋਂ ਸ਼ਹਿਰ ਦੇ ਵਿੱਚ ਪਹੁੰਚਣ ਦੇ ਲਈ ਇੱਕ ਦਿਨਾਰ ਦੇ ਦੌਰਾਨ
3 ਵਿਅਕਤੀਆਂ ਦਾ मतलब कि किराया पूरा हो जाना, खर्चा पूरा हो जाना। घोड़ा 2 ਵਿਅਕਤੀ, मतलब कहण तो 1 दिनार की कीमत आ जिहड़ी उस टाइम दे विच बहुत ज़्यादा थोड़ी नहीं है। हुण गुरु नानक साहब नूं सच का वपार करन दे लई, सच का सौदा करन दे लई पिता ने घर दे विचों घल्लिया, भैण भी घर दे विच आई हुई आ। सतगुरु पातशाह जी अपने घर दे विचों सच का सौदा करन दे लई चले गए ते रस्ते दे विच मिलाप हुंदा। वो आपां नूं पता सारिआं नूं भी गुरु नानक साहब जी ने भुखे साधुआं नूं भोजन छकाया। सौखे जी तरीके दे नाल गल कही जाती आ, गुरु नानक साहब ने 20 रुपइयां का लंगर लाया। पर थोड़ा जिहा गौर करके वेखो, आपां इस तो पहला की लफज बोले ने भी 1 दिनार की कीमत बहुत आ। 1 दिनार ही काफ़ी व्यक्तियां नूं रजाउण की हिम्मत रखदा, उहदी कीमत थोड़ी नहीं है। हुण असली गल ये आ, मान लो भी अपने इउं मान लो भी गुरुद्वारा साहब दे विच ही ना मीटिंग आ, किसी तरह की इकट्ठ आगा, तो सब तो पहला अपना ध्यान कित्थे जांदा भी लंगर का प्रबंध जरूर करियो। चाह पानी, दुध पानी, प्रशादा, इहदा प्रबंध होना जरूर आ। बाहरों संगत आवेगी, मीटिंग होवेगी, इकट्ठ होऊगा, विचार हो, लंगर लाउणा सुभाविक आ। हुण गुरु नानक साहब जी रस्ते विच एक धर्म नालों टुटे हुए व्यक्तियों नूं मिले, अंदर तरस आया। ताइयों कहा जाता ना सब ते वड्डा सतगुरु नानक। ये नहीं भी सब ते वड्डा सतगुरु नानक तां कहा भी वो बहुत ज़्यादा अमीरां दी लिस्ट में आउंदा। हाँ अमीर सी, पर ये वो अमीर आ जिन्हें पूरी खलकत नूं रजाया, पूरी खलकत नूं भोजन दिता, पूरी खलकत नूं अपने वल्लों इमानदारी करन दा तरीका सिखाया। ये वो अमीर आ। हुण धन गुरु नानक देव महाराज जी नूं लंघदे आ ना, तरस आया। जदों तरस आया ना तो गुरु साहब जी उन्होंने कहते मैं तुहाडे नाल गलबात करनी है, विचार करनी है, तुसीं सहमत हो? जिहड़ी वो साखी हैगी आपां होर तरह सुनते हैं जां पढ़ते हैं, मतलब गुरु साहब जी कहते मैं तुहाडे नाल विचार करनी है, चर्चा करनी है, तुहाडे नाल गलबात करनी है, तुसीं सहमत हो? वो सारे एक बार देख के हैरान होंदे ने भी साडे कोले तां कोई सबबी आउंदा गा भी तूं चर्चा करने वाला कौन आ गया, तू साडे नाल गलबात की करेगा, तू कल दा शो करांगा, असीं वड्डे वड्डे साधु संत फकीर हाँ। चलो फिर भी बच्चे सियाणे हुंदे ने, कहंदे कोई गल नहीं, कर लवांगे चर्चा, कोई गल नहीं। जदों चर्चा दे लई हामी भर दित्ती ना, उस टाइम ते गुरु नानक साहब ने पहला सब तो भोजन का प्रबंध किया। फिर साडे इतिहास का एक वचन है ना, पहला पंगत पाछै संगत। हुण ये कॉन्सैप्ट कित्थों शुरू हो गया? ये तो गुरु नानक साहब ने शुरू कर दिता। तीजे पातशाह ने मोहर लाती, वो निजम गुरु नानक साहब ने बना दिता। मोहर गुरु नानक साहब का तीजा रूप गुरु अमरदास महाराज ने लाती। गुरु अमरदास महाराज ने कहा भी जिन्हें संगत करनी है, विचार करनी है, विचार सुननी है, पहला भोजन पानी छक के फिर इत्थे आयो। हुण आपां किवें आ, आपां घरों भोजन पानी छक के जिन्नी की इच्छा गई फिर आपां आ गए भी सानूं कोई दिक्कत ना आवे, साडा ध्यान पिछे किते खाण पीण च ना रहे, साडा ध्यान पिछलेरे कम्मां विच ना रहे। घरों आपां बिल्कुल अपने दिमाग नूं फ्री करके आईए, फिर आपां गुरु की संगत विचार का हिस्सा बन सकते हैं। हुण गुरु साहब ने कहा भी भुखे ने, लटकी जाते आ, नंगे बैठे ने, सुआह मली बैठे ने। गुरु साहब कहते ऐ नहीं ठीक होना, पहला इन्होंने रुझाओ, इन्होंने खुराक दो, पहला उन्होंने सरीरक तल ते एनर्जी मिले। गुरु नानक साहब ने भोजन का प्रबंध किया, बड़ा जी ला के छकिया, कोई शक नहीं दे विच, जी ला के छकिया ना। हुण गुरु साहब जी कहते मैं तुहाडे नाल गलबात करनी है। मान लो आपां किसी बच्चे नूं काम ते लाउणा होवे ना, पहला कहने लै पुੱਤ 10 रुपये, अज दी भाषा लै पुੱਤ 2 टॉफियां लै ला, आपां बच्चे नूं लालच दिंदे आ, फिर बच्चा आखे लग जाता है ना। देखो गुरु नानक साहब निक्की जी उम्र आ ते काम वड्डियां वाले करी जांदा गा। कहंदा भरावो मैं तुहाडे नाल गल करनी है, गल करन तो पहलां उन्हां नूं अपने वल खिच लिया, रोटी खवा के, भोजन खवा के खिच लिया ना। हुण वो तैयार हो गए गल करन। फिर गुरु साहब ने कहा जिहड़ा काम तुसीं करी जांदे हो ना, ये तां बच्चे करदे हुंदे ने, भावें उन्हां फकीरां दी उम्र वडेरी है गुरु नानक साहब नालों,
पर जिहड़ी गुरमत आ ना वो सरीरक तल ते उम्र नहीं वेखदी गी। सरीरक तल ते कोई न्याणा भी सियाणिਆਂ वाले काम कर सकदा ते कोई सियाणा भी न्याणिਆਂ वाले काम कर सकदा। ये इत्थे लिहाज नहीं है भी जे उम्र दा वड्डा ते काम सियाणे करूं, ना 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 ना, उम्र दा वड्डा भी बंदा कमले काम करदा गा। ये हुण वो लोग ने जिहड़े उम्र करके वड्डे ने पर काम न्याणिਆਂ वाले करते हैं। हुण न्याणे की करते हुंदे ने, मिट्टी 'च लिबड़ते हुंदे ने, ते जिहड़े साध ने की करते हैं, निगाह मार लो आपां, सौखी जी गल है ना। न्याणे मिट्टी 'च लिबड़ते हैं, रेते 'च लिबड़ते हैं, तो साधु अज दे साधु जिन्होंने असीं नमस्कारां करते हैं जाके वो सुआह 'च लिबड़े बैठे ने। न्याणे देखो, कदे सियाणा बच्चा देखिया, सियाणा वीर देखिया भी जिहड़ा दरख्तां ते पुट्ठा लमके, न्याणिਆਂ ਨੂੰ जिन्ना मर्जी हटाई चलो वो झूटते ने, पुट्ठे लमकते ने, लमकते है ना। तो हुण जिहड़े साधु ने कौन ने, ये पुट्ठे लमकते ने। बाबा नानक कहंदा यार तुसीं बंदे सियाणे हो पर काम तुसीं न्याणिਆਂ वाले करदे होगे। सियाणा की हुंदा, मिट्टी 'च डिग्गी चीज़ नूं चक लवे, मिट्टी 'च लवेड़े ना किसी चीज़ नूं, वस्तु नूं, मिट्टी 'चों डिग्गी हुई चीज़ नूं कढे। ते न्याणा की हुंदा, जिहड़ा कोले कीमती चीज़ आ ते लवेड़े मिट्टी 'च। ते आपां कई बार बच्चे दे हत्थ विच ना कोई महंगी धात फड़ा दईए ते उस तो बाद कहने पुत्त सुट ना देवीं, मिट्टी 'च ना लवेड़ दी, देखी तूं भन्न ना देवीं। ਇਹਦਾ अर्थ की बन गया भी ਉਹਦੀ मत न्याणी है ना, न्याणा होने करके ਉਹਨੂੰ कीमत का नहीं पता। सियाणे ਨੂੰ कीमत का पता, ਉਹ ਭੰਨਣ ਤੋਂ, ਟੁੱਟਣ ਤੋਂ, ਲਿਬੜਨ ਤੋਂ ਬਚਾਵੇਗਾ। ਹੁਣ ਸਰੀਰ ਕੀ ਆ? ਇੱਕ ਦਾਤ ਆ। ਸਰੀਰ ਇੱਕ ਦਾਤ ਆ, ਸਰੀਰ ਇੱਕ ਸਾਡੇ ਕੋਲ ਬਹੁਤ ਵੱਡਾ ਪਦਾਰਥ ਆ। ਫਿਰ ਇਹਨਾਂ ਫਕੀਰਾਂ ਨੇ ਕੀ ਕੀਤਾ? ਸਰੀਰ ਨੂੰ ਲਵੇੜਨਾ ਸ਼ੁਰੂ ਕਰ ਦਿੱਤਾ, ਮਿੱਟੀ 'ਚ, ਰੇਤੇ 'ਚ, ਸੁਆਹ 'ਚ, ਪੁੱਠੇ ਲਟਕਣੇ ਜਵਾਕਾਂ ਨੂੰ ਸ਼ੁਰੂ ਕਰ ਦਿੱਤਾ, ਪੁੱਠੇ ਲਟਕਣੇ ਸ਼ੁਰੂ ਕਰ ਦਿੱਤਾ ਨਾ। ਹੁਣ ਕਈ ਵਾਰ ਮਾਂ ਬਾਪ ਨਾਲ ਰੁੱਸ ਕੇ ਜਵਾਕ ਵੀ ਭੁੱਖੇ ਰਹਿ ਜਾਂਦੇ ਨੇ ਤੇ ਇਹ ਸਾਧੂਆਂ ਨੇ ਵੀ ਆਪਣੇ ਆਪ ਨੂੰ ਭੁੱਖੇ ਰੱਖਣਾ ਸ਼ੁਰੂ ਕਰ ਦਿੱਤਾ। ਹੁਣ ਸਿਆਣਾ ਬੰਦਾ ਨੰਗ ਧੜੰਗਾ ਨਹੀਂ ਫਿਰਦਾ ਕਿ ਫਿਰਦਾ ਦੇਖਿਆ ਕਦੇ? ਕੋਸ਼ਿਸ਼ ਆ ਤਣ ਤੋਂ ਲੈ ਕੇ ਆਪਣੇ ਪੂਰੇ ਪੈਰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਢੱਕਿਆ ਹੋਇਆ, ਕੱਜਿਆ ਹੋਇਆ, ਇਹ ਸਿਆਣਪ ਆ। ਤੇ ਕਮਲਾਪੁਣ ਕੀ ਆ? ਨੰਗ ਧੜੰਗੇ ਰਹਿਣਾ। ਸ਼ਾਇਦ ਅੱਜ ਦੀ ਜਿਹੜੀ ਆਪਾਂ ਕਹਿ ਦਈਏ ਨਾ ਪੜ੍ਹੀ ਲਿਖੀ ਦੁਨੀਆ, ਇਹ ਸੱਚੀ ਮੁੱਚੀ ਅੱਧੇ ਨੰਗੇ ਫਿਰਦੇ ਨੇ। ਅੱਧੇ ਨੰਗੇ ਹੁਣ ਤਾਂ ਪੂਰੇ ਨੰਗੇ ਹੋ ਗਏ। ਤੇ ਸੱਚ ਜਾਣਿਓ, ਗੁਰੂ ਪਾਤਸ਼ਾਹ ਨੇ ਸਾਨੂੰ ਜਿਹੜਾ ਲਹਿਰੀਆ ਪਹਿਰਾਵਾ ਦਿੱਤਾ ਨਾ, ਚੋਲਾ ਕਹਿੰਦੇ ਨੇ ਜਿਹਨੂੰ ਆਪਾਂ, ਉਹ ਦੇਖੋ ਖੁੱਲਾ ਡੁੱਲਾ ਹੁੰਦਾ ਗਾ, ਪੈਰ ਦੇ ਅੰਗੂਠੇ ਤੋਂ ਲਾ ਕੇ ਸਿਰ ਤੱਕ ਕੱਜ ਕੇ ਰੱਖਦਾ। ਤੇ ਅੱਜ ਦੇ ਸਮੇਂ ਵੱਲ ਨਿਗਾਹ ਮਾਰ ਕੇ ਵੇਖ ਲਓ। ਮੇਰੇ ਕਹਿਣ ਤੋਂ ਭਾਵ ਉਹਨਾਂ ਸਾਧੂਆਂ ਦੀਆਂ ਜਿੰਨੀਆਂ ਹਰਕਤਾਂ ਨੇ ਉਹ ਨਿਆਣਿਆਂ ਵਾਲੀਆਂ, ਨੰਗੇ ਰਹਿਣਾ, ਲਿਬੜਨਾ, ਪੁੱਠੇ ਲੜਕਣਾ, ਜਵਾਕਾਂ ਵਾਲੇ ਕੰਮ ਕਰਨਾ। ਜਦੋਂ ਗੁਰੂ ਨਾਨਕ ਸਾਹਿਬ ਨੇ ਪਹਿਲੀ ਗੱਲ ਕਹੀ ਨਾ, ਤੁਸੀਂ ਬੰਦੇ ਸਿਆਣੇ ਹੋ ਤੇ ਕੰਮ ਨਿਆਣਿਆਂ ਵਾਲੇ ਕਰਦੇ ਹੋ, ਤੁਹਾਡੇ ਲਈ ਠੀਕ ਨਹੀਂ, ਤੁਹਾਡੇ ਲਈ ਵਧੀਆ ਨਹੀਂ ਹੈ। ਜਦੋਂ ਇਹ ਗੱਲ ਕਹੀ ਨਾ, ਸੱਚੀ ਗੱਲ ਜਾਣਿਓ, ਉਹਨਾਂ ਦੇ ਖਾਨੇ 'ਚ ਗੱਲ ਵੜ ਗਈ। ਖਾਨਾ ਵਿੱਚ ਦਿਮਾਗ, ਉਹਨਾਂ ਦੇ ਦਿਮਾਗ 'ਚ ਗੱਲ ਵੜ ਗਈ। ਜਿਹੜਾ ਇਹ ਵਿਅਕਤੀ ਹੈ ਨਾ, ਇਹ ਸਾਨੂੰ ਬੜੀ ਸੋਹਣੀ ਗੱਲ ਸਮਝਾ ਰਿਹਾ ਯਾਰ। ਕਹਿੰਦੇ ਬਾਬਾ ਦੇਖੋ, ਪਹਿਲਾਂ ਬੱਚਾ, ਹੁਣ ਬਾਬਾ, ਅਸੀਂ ਫਿਰ ਕੀ ਕਰੀਏ? ਗੁਰੂ ਨਾਨਕ ਸਾਹਿਬ ਕਹਿੰਦਾ ਦੱਸੂਗਾ ਮੈਂ ਤੁਹਾਨੂੰ। ਤੁਸੀਂ ਆਪਣੇ ਘਰੇ ਜਾਓ, ਨਿਆਣਿਆਂ 'ਚ ਰਹੋ, ਪਰਿਵਾਰਾਂ 'ਚ ਰਹੋ, ਗ੍ਰਸਤੀ ਪਰਿਵਾਰ ਵਿੱਚ ਰਹੋ, ਜਾ ਕੇ ਨਾ ਕੰਮ ਕਰਿਆ ਕਰੋ, ਦੱਬ ਕੇ ਵਾਹ, ਰੱਜ ਕੇ ਖਾ। ਤੂੰ ਨਾ, ਤੁਸੀਂ ਸਾਰੇ ਜਾ ਕੇ ਕੰਮ ਕਰੋ ਤੇ ਕੰਮ ਕਰਨ ਦੇ ਨਾਲ ਉਸ ਪਰਮਾਤਮਾ ਨੂੰ ਮਿਲੋ। ਤੇ ਨਹੀਂ ਤਾਂ ਚਾਲੇ ਥੇ ਹਰ ਮਿਲਣ ਕੋ ਵਿੱਚੇ ਅਟਕਿਓ, ਚੀਤ ਚੱਲਿਓ ਤੁਸੀਂ ਰੱਬ ਨੂੰ ਮਿਲਣ ਵਾਸਤੇ, ਪਰ ਤੁਸੀਂ ਤਾਂ ਮਿੱਟੀ 'ਚ ਰੁਲ ਖੁਲ ਗਏ, ਪੁੱਠੇ ਲਟਕ ਗਏ, ਨੰਗੇ ਤੁਰੇ ਫਿਰਦੇ ਹੋ। ਤੁਹਾਡੀ ਕਾਹਦੀ ਜ਼ਿੰਦਗੀ ਹੈ? ਮਤਲਬ ਕਹਿਣ ਤੋਂ ਭਾਵ ਗੁਰੂ ਨਾਨਕ ਸਾਹਿਬ ਨੇ ਇੱਕ ਉਹਨਾਂ ਸਾਧੂਆਂ ਦੇ ਨਾਲ ਸਪੈਸ਼ਲ ਮੀਟਿੰਗ ਕੀਤੀ, ਸਪੈਸ਼ਲ ਚਰਚਾ ਕੀਤੀ। ਤੇ ਉਹ ਚਰਚਾ ਦੇ ਦੌਰਾਨ ਲੰਗਰ ਲਾਇਆ, ਚਰਚਾ ਦੇ ਦੌਰਾਨ ਉਹਨਾਂ ਦਾ ਢਿੱਡ ਭਰਿਆ। ਫਿਰ ਉਹ ਕਹਿੰਦੇ ਅਸੀਂ ਹੁਣ ਕਿਵੇਂ ਆਪਣੇ ਘਰਾਂ ਦੇ ਵਿੱਚ ਜਾਵਾਂਗੇ? ਅਸੀਂ ਤਾਂ ਉੱਥੋਂ ਆਏ ਸੀ ਵੀ ਅਸੀਂ ਹੁਣ ਨਹੀਂ ਮੁੜਦੇ ਜਿੰਨਾ ਟਾਈਮ ਰੱਬ ਨੂੰ ਨਹੀਂ ਮਿਲਦੇਗੇ। ਹੁਣ ਸਾਨੂੰ ਪਤਾ ਲੱਗ ਗਿਆ ਪਰਮਾਤਮਾ ਨੂੰ, ਅਕਾਲ ਪੁਰਖ ਨੂੰ ਪਰਿਵਾਰ ਵਿੱਚ ਰਹਿ ਕੇ ਮਿਲੀਦਾਗਾ, ਤੇ ਹੁਣ ਅਸੀਂ ਘਰੇ ਵੜਾਂਗੇ ਕਿਵੇਂ? ਸਾਨੂੰ ਪਿੰਡ 'ਚ ਵੜਨਾ ਹੀ ਮੁਸ਼ਕਿਲ ਆ ਨਾ। ਤੇ ਗੁਰੂ ਨਾਨਕ ਸਾਹਿਬ ਨੇ ਘਰੇ ਵੜਨ ਜੋਗੇ ਕੀਤੇ। ਜਿਹੜੇ ਆਪਣੇ ਕੋਲੇ ਬਹਿਲੋਲ ਲੋਧੀ ਵਾਲੇ ਛਿੱਕੇ ਆ ਨਾ, ਦਿਨਾਰ ਨੇ, ਉਹਨਾਂ ਨੂੰ ਵੰਡਿਆ। ਤੇ ਹੁਣ ਬਾਣੀ 'ਚ ਕੀ ਲਿਖਿਆ? ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਹੁਣ ਬਾਬੇ ਨਾਨਕ ਦੇ ਲੰਗਰ 'ਚ ਭੋਜਨ ਵੀ ਵੰਡੀ ਦਾ, ਤੇ ਬਾਬੇ ਨਾਨਕ ਦੇ ਲੰਗਰ 'ਚ ਰੁਪਈਏ ਵੰਡਣ ਦੀ ਰੀਤ ਵੀ ਬਾਬੇ ਨਾਨਕ ਨੇ ਸ਼ੁਰੂ ਕਰ ਦਿੱਤੀ। ਇਹ ਗੱਲ ਬੇਸ਼ੱਕ ਸੱਤੇ ਤੇ ਬਲਵੰਡੇ ਨੇ ਮਾਤਾ ਖੀਵੀ ਨੂੰ ਕਹੀ ਆ।
ਹੁਣ ਜਿਹੜੀ ਸੱਤੇ ਤੇ ਬਲਵੰਡੇ ਨੇ ਮਾਤਾ ਖੀਵੀ ਨੂੰ ਇਹ ਗੱਲ ਕਹੀ ਹੈ ਨਾ, ਇਹ ਹੁਣ ਆਪਾਂ ਨੂੰ ਗੁਰੂ ਨਾਨਕ ਸਾਹਿਬ ਦੇ ਧਿਆਨ ਲਿਜਾਣਾ ਪਊਗਾ। ਬਾਬੇ ਨਾਨਕ ਨੇ ਭੋਜਨ ਛਕਾਇਆ, ਚਰਚਾ ਕੀਤੀ, ਚਰਚਾ ਕਰਨ ਤੋਂ ਬਾਅਦ ਆਪਣੇ ਵੱਲੋਂ ਕੁਝ ਮਾਇਆ ਵੀ ਉਹਨਾਂ ਨੂੰ ਦੇ ਦਿੱਤੀ। ਇੱਕ ਵਾਰੀ ਤੁਸੀਂ ਘਰੇ ਵੜਦੇ ਹੋ ਜਾਵੋ, ਉਸ ਤੋਂ ਬਾਅਦ ਸੱਚ ਦਾ ਪ੍ਰਚਾਰ ਕਰੋ, ਚੰਗੇ ਬਣੋ, ਚੰਗੇ ਇਨਸਾਨ ਬਣ ਕੇ ਜ਼ਿੰਦਗੀ ਜਿਉਓ। ਤੇ ਗੁਰੂ ਨਾਨਕ ਸਾਹਿਬ ਇਦਾਂ ਦੀ ਵਿਚਾਰ ਕਰਕੇ, ਇਦਾਂ ਦਾ ਉਹਨਾਂ ਨੂੰ ਸਬਕ ਸਿਖਾ ਕੇ, ਉਹਨਾਂ ਨੂੰ ਲੋੜ ਸੀ, ਭੁੱਖ ਸੀ, ਭੋਜਨ ਛਕਾ ਕੇ, ਘਰ ਦੇ ਵਾਸਤੇ ਕੁਝ ਰਾਸ਼ਨ ਦਵਾ ਕੇ, ਕੁਝ ਆਪਣੇ ਵੱਲੋਂ ਰੁਪਈਏ ਦੇ ਕੇ ਵਾਪਸ ਘਰ ਨੂੰ ਚੱਲ ਪਏ। ਵਾਪਸ ਘਰ ਨੂੰ ਚੱਲ ਪਏ ਨਾ। ਤੇ ਹੁਣ ਜਦੋਂ ਗੁਰੂ ਨਾਨਕ ਸਾਹਿਬ ਘਰੇ ਪਹੁੰਚ ਗਏ ਨਾ, ਘਰੇ ਪਹੁੰਚੇ ਹੀ ਗੁਰੂ ਨਾਨਕ ਸਾਹਿਬ ਦੇ ਬਾਪ ਨੇ, ਪਰਿਵਾਰ ਨੇ ਪੁੱਛਿਆ ਵੀ ਕਿਹੜਾ ਸੌਦਾ ਕਰਕੇ ਆਏ ਹੋ, ਕੀ ਕਾਰੋਬਾਰ ਕਰਕੇ ਆਏ ਹੋ, ਕੀ ਵਿਹਾਰ ਦੁਨੀਆ ਦੇ ਵਿੱਚ ਵਪਾਰ ਕਰਕੇ ਆਏ ਹੋ। ਗੁਰੂ ਨਾਨਕ ਸਾਹਿਬ ਨੇ ਦੱਸ ਦਿੱਤਾ। ਭੈਣ ਨੇ ਬੜੇ ਠਰਮੇ ਦੇ ਨਾਲ ਸੁਣਿਆ, ਮਾਤਾ ਨੇ ਬੜੇ ਪਿਆਰ ਦੇ ਨਾਲ ਸੁਣਿਆ, ਸ਼ਾਬਾਸ਼ੀ ਵੀ ਦਿੱਤੀ, ਨਾਲ ਕੀ ਕਿਹਾ, ਤੂੰ ਚੱਲ ਜਾ, ਕੋਈ ਗੱਲ ਨਹੀਂ, ਸ਼ਾਬਾਸ਼ੀ, ਖੇਡ ਲਾ, 2 ਮਿੰਟ ਬੈਠ ਉੱਠ ਲਾ, ਭੈਣ ਭਰਾਵਾਂ ਨੂੰ ਮਿਲ। ਹੁਣ ਗੁਰੂ ਨਾਨਕ ਸਾਹਿਬ ਬਾਹਰ ਆ ਗਿਆ, ਬਾਪ ਵੀ ਘਰ ਵਿੱਚ ਪਹੁੰਚ ਗਿਆ। ਆ ਕੇ ਪੁੱਛਿਆ, ਨਾਨਕੀ ਤ੍ਰਿਪਤਾ ਨੂੰ ਨਾਨਕ ਕਿੱਥੇ ਆ, ਕੀ ਕਰਕੇ ਆਇਆ? ਦੱਸਣਾ ਕੀਤਾ। ਨਾਨਕ ਨੇ ਆਹ ਸੱਚ ਦਾ ਵਪਾਰ ਕੀਤਾ ਤੇ ਗੁੱਸੇ ਦੇ ਵਿੱਚ ਹੁਣ ਜਿੱਧਰ ਗੁਰੂ ਨਾਨਕ ਆਇਆ ਨਾ ਬਾਹਰ, ਉਧਰ ਹੀ ਤੁਰ ਪਿਆ। ਕੌਣ? ਮਹਿਤਾ ਕਾਲੂ। ਆਪਾਂ ਨੂੰ ਪਤਾ ਗੁੱਸੇ ਦੇ ਵਿੱਚ ਆਇਆ, ਆਪਣੇ ਪੁੱਤਰ ਦੇ ਬਹੁਤ ਜ਼ਬਰਦਸਤ, ਇਉਂ ਕਹਿ ਲਓ ਵੀ ਕੰਨ ਤੇ ਨਾ ਥੱਪੜ ਮਾਰਿਆ। ਹੁਣ ਇੱਥੇ ਇੱਕ ਬੜਾ ਸੋਹਣਾ ਲੇਖ ਲਿਖਿਆ ਕਿਸੇ ਵਿਅਕਤੀ ਨੇ, ਤੇ ਕਈ ਵਾਰ ਤੁਸੀਂ ਸੁਣਿਆ ਪੜ੍ਹਿਆ ਵੀ ਹੋਵੇਗਾ, ਥੱਪੜ ਤੋਂ ਥਾਪੜੇ ਤੱਕ ਦੀ ਯਾਤਰਾ। ਜਿਹਨੇ ਥੱਪੜ ਨਹੀਂ ਨਾ ਖਾਧੇ ਤੇ ਉਹ ਕਦੇ ਥਾਪੀ ਨਹੀਂ ਲੈ ਸਕਦਾ। ਥਾਪੀ ਵੀ ਹੱਥ ਨਹੀਂ ਮਿਲਦੀ ਆ ਤੇ ਥੱਪੜ ਵੀ ਹੱਥ ਨਹੀਂ ਮਾਰਿਆ ਜਾਂਦਾ ਗਾ। ਥੱਪੜ ਤੇ ਥਾਪੜੇ ਵਿੱਚ ਫਰਕ ਆਗਾ। ਹੁਣ ਜਿਹਨੇ ਥੱਪੜ ਖਾਧੇ ਆ ਨਾ ਤੇ ਉਹ ਥਾਪੜੇ ਤੱਕ ਜ਼ਰੂਰ ਪਹੁੰਚੇਗਾ। ਅੱਜ ਗੁਰੂ ਨਾਨਕ ਸਾਹਿਬ ਦੇ ਭਾਵੇਂ ਥੱਪੜ ਵੱਜਿਆ, ਮਗਰ ਤ੍ਰਿਪਤਾ ਨੇ ਬੇਬੇ ਨਾਨਕੀ ਨੂੰ ਘੱਲਿਆ, ਕਹਿੰਦੀ ਜਾ ਨਾਨਕੀ, ਤੇਰਾ ਬਾਪੂ ਬੜੇ ਗੁੱਸੇ ਵਿੱਚ ਗਿਆ ਗਾ ਤੇ ਜਾ ਕੇ ਨਾ ਉਹ ਨਾਨਕ ਨੂੰ ਝਿੜਕੇਗਾ, ਕੁੱਟੇਗਾ, ਮਾਰੇਗਾ, ਫਟਾਫਟ ਜਾ। ਤੇ ਨਾਨਕੀ ਵਿੱਚ ਦੇਖੋ ਕਿੰਨੀ ਕੁ ਠੰਡ ਹੋਵੇਗੀ। ਹੁਣ ਨਾਨਕੀ ਕੌਣ ਆ? ਇਹ ਉਹ ਨਾਨਕੀ ਆ ਜਿਹਦੇ ਅੰਦਰ ਤਪਦੇ ਹੋਏ ਹਿਰਦਿਆਂ ਨੂੰ ਠੰਡ ਦੇਣ ਵਾਲੀ ਸ਼ਕਤੀ ਆ। ਤੇ ਆਈ ਆ ਕੇ ਗੁਰੂ ਨਾਨਕ ਸਾਹਿਬ ਦੇ ਇੱਕ ਥੱਪੜ ਮਾਰਿਆ, ਘੂਰਿਆ ਤੇ ਆਪਣੇ ਬਾਪੂ ਨੂੰ ਹੱਥ ਪਾ ਕੇ ਗਲ ਵਕੜੀ ਵਿੱਚ ਲੈ ਲਿਆ। ਕਹਿੰਦੀ ਬਾਪੂ, ਇਸ ਤੋਂ ਬਾਅਦ ਨਾਨਕ ਦੇ ਥੱਪੜ ਨਾ ਮਾਰੀ। ਬੇਬੇ ਨਾਨਕੀ ਨੇ ਆਪਣੇ ਪਿਤਾ ਨੂੰ ਗਲ ਵਕੜੀ ਵਿੱਚ ਲਿਆ ਨਾ ਤੇ ਨਾਨਕ ਦੇ ਥੱਪੜ ਮਾਰਨ ਤੋਂ ਰੋਕ ਲੈਤਾ, ਦੂਜੀ ਘੂਰ ਵੱਟਣ ਤੋਂ ਰੋਕ ਲੈਤਾ। ਤੇ ਤਪਦਾ ਹੋਇਆ ਕ੍ਰੋਧ ਦੇ ਨਾਲ ਮਹਿਤਾ ਕਾਲੂ ਦਾ ਹਿਰਦਾ, ਬੇਬੇ ਨਾਨਕੀ ਨੇ ਪਤਾ ਨਹੀਂ ਕੀ ਕਿਹਾ, ਕਿਹੜੀ ਸੁਗੰਧ ਦਿੱਤੀ, ਕੀ ਚੀਜ਼ ਦਾ ਛਿੜਕਾਅ ਕੀਤਾ, ਤਪਦਾ ਹੋਇਆ ਹਿਰਦਾ ਠਰ ਗਿਆ। ਤਪਦਾ ਹਿਰਦਾ ਠਰ ਗਿਆ। ਘਰ ਵਾਪਸ ਪਰਤੇ। ਨਾਨਕ ਦੇ ਚੁੱਪ ਰਹਿਣ ਤੇ ਮਹਿਤਾ ਕਾਲੂ, ਇਉਂ ਕਹਿ ਲਓ ਵੀ ਇੱਕ ਸੰਸਾਰੀ ਰੀਤ ਦੇ ਮੁਤਾਬਕ ਤੰਗ ਆ। ਉਹ ਕਹਿੰਦਾ, ਮੇਰੀ ਸੋਚ ਸੀ ਮੈਂ ਆਪਣੇ ਪੁੱਤ ਨੂੰ ਬਹੁਤ ਵੱਡਾ ਬਣਾਵਾਂਗਾ। ਸੋਚ ਬਹੁਤ ਵਧੀਆ, ਜੇ ਸੋਚਿਆ ਤੇ ਨਾਨਕ ਸੱਚੀ ਵੱਡਾ ਗਾ, ਪਰ ਅਜੇ ਨਾਨਕ ਦੀਆਂ ਡੂੰਘੀਆਂ ਰਮਜ਼ਾਂ ਨੂੰ ਸਮਝਣਾ ਮੁਸ਼ਕਲ ਹੈ ਤਾਂ ਵੱਡਾ ਹੀ ਹੈ ਨਾ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਪਰ ਬਾਪੂ ਦੀ ਜਿਹੜੀ ਸੋਚ ਆ ਵੱਡਾ ਬਣਾਉਣ ਦੀ, ਨਾਨਕ ਵੱਡਾ ਬਣਨ ਵਾਲੇ ਰਸਤੇ ਤੇ ਚੱਲ ਰਿਹਾ ਗਾ, ਕੋਈ ਸ਼ੱਕ ਨਹੀਂ। ਪਰ ਜਿਹੜੀ ਬਾਪੂ ਦੀ ਸੋਚ ਆ, ਮੈਂ ਵਪਾਰੀ ਬਣਾਵਾਂ, ਵੱਡਾ ਬਿਜ਼ਨਸਮੈਨ ਬਣਾਵਾਂ, ਚੰਗੇ ਕੋਈ ਸਰਕਾਰੀ ਅਹੁਦੇ ਤੇ ਨੂੰ ਬਹਾਵਾਂ, ਉਹਦੀ ਸੋਚ ਇਹ ਹੈ ਨਾ। ਪਰ ਨਹੀਂ। ਹੁਣ ਇੱਥੇ ਇਹਨਾਂ ਦਿਨਾਂ ਦੇ ਦੌਰਾਨ ਹੀ ਆਪਾਂ ਨੂੰ ਪਤਾ, ਮਹਿਤਾ ਕਾਲੂ ਦੇ ਪੁੱਤਰ ਗੁਰੂ ਨਾਨਕ ਸਾਹਿਬ ਦਾ ਮਿਲਾਪ ਮਰਦਾਨਾ ਜੀ ਦੇ ਨਾਲ ਹੁੰਦਾ। ਫਿਰ ਅਗਲੀ ਘਟਨਾ ਆਪਾਂ ਸਾਂਝੀ ਕਰਾਂਗੇ, ਪਹਿਲਾਂ ਮਰਦਾਨੇ ਦਾ ਥੋੜਾ ਜ਼ਿਕਰ ਕਰ ਲਈਏ। ਇਸ ਤੋਂ ਬਾਅਦ ਬੇਬੇ ਨਾਨਕੀ ਨਾਨਕ ਨੂੰ ਆਪਣੇ ਪੇਕੇ ਪਿੰਡ ਲੈ ਜਾ, ਸਹੁਰੇ ਪਿੰਡ ਲੈ ਜਾਂਦੀ ਆ। ਗੁਰੂ ਨਾਨਕ ਸਾਹਿਬ ਨੂੰ ਨਾ ਸਹੁਰੇ ਪਿੰਡ ਲੈ ਜਾਂਦੀ ਆ। ਹੁਣ ਇਸੇ ਦੌਰਾਨ, ਇਹਨਾਂ ਦਿਨਾਂ ਦੇ ਦੌਰਾਨ ਆਪਾਂ ਨੂੰ ਪਤਾ ਵੀ ਗੁਰੂ ਨਾਨਕ ਸਾਹਿਬ ਦਾ ਬਾਪ ਪਟਵਾਰੀ ਆ ਤੇ ਪਟਵਾਰੀ ਕੋਲੇ ਭਾਈ ਬਦਰੇ ਦਾ ਆਉਣਾ ਜਾਣਾ ਸੁਭਾਵਕ ਆ। ਬਦਰੇ ਦਾ ਆਉਣਾ ਜਾਣਾ ਸੁਭਾਵਕ ਆ। ਬਦਰਾ ਕੌਣ ਹੈਗਾ? ਜੋ ਕਿ ਇੱਕ ਮਰਾਸੀ ਪਰਿਵਾਰ ਦੇ ਨਾਲ ਸੰਬੰਧਿਤ ਆ। ਮਰਦਾਨੇ ਦਾ ਬਾਪ, ਭਾਈ ਮਰਦਾਨਾ ਜੀ ਦਾ ਪਿਓ ਭਾਈ ਬਦਰਾ। ਹੁਣ ਭਾਈ ਬਦਰਾ ਭਾਵ ਰੋਜ਼ਾਨਾ ਹੀ ਆਉਣ ਜਾਣ ਪਟਵਾਰੀ ਕੋਲ ਬਣਿਆ ਰਹਿੰਦਾ ਗਾ। ਜਦੋਂ ਬਦਰਾ ਹੁੰਦਾ ਨਾ ਤੇ ਨਾਲ ਉਹਦਾ ਪੁੱਤਰ ਵੀ ਆ ਜਾਂਦਾ ਮਰਦਾਨਾ,
ਤੇ ਮਰਦਾਨੇ ਦੀ ਜਾਰੀ ਨਾਨਕ ਨਾਲ ਪੈ ਗਈ। ਹੁਣ ਨਾਨਕ ਦੇ ਨਾਲ ਰੋਜ਼ ਗੱਲਬਾਤ ਕਰਦਿਆਂ ਜਾਰੀ ਥੋੜੀ ਥੋੜੀ ਲਿਹਾਜ਼ ਇੰਨੀ ਕੋ ਪੈ ਗਈ। ਮਰਦਾਨਾ ਕਿਹਾ ਕਰੇ, ਮਰਦਾਨਿਆ ਤੂੰ ਆ ਜੀ, ਆਪਾਂ ਨਾ ਫਲਾਣੇ ਥਾਂ ਬੈਠ ਕੇ ਗੱਲਾਂ ਕਰਾਂਗੇ। ਗੱਲਾਂ ਕਰਨੀਆਂ ਸ਼ੁਰੂ ਕਰਤੀਆਂ, ਜਦੋਂ ਗੱਲਾਂ ਹੋਣੀਆਂ ਸ਼ੁਰੂ ਹੋਈਆਂ ਫਿਰ ਪਿਆਰ ਪੈ ਜਾਂਦਾ, ਪਿਆਰ ਬਣ ਗਿਆ ਨਾ। ਤੇ ਹੁਣ ਇੱਕ ਦਿਨ ਬਦਰੇ ਨੇ ਆਪਣੇ ਪੁੱਤ ਨੂੰ ਰੋਕਤਾ, ਇਸ ਤੋਂ ਬਾਅਦ ਤੈਂ ਨਾਨਕ ਕੋਲੇ ਨਹੀਂ ਜਾਣਾ। ਕਿਉਂ? ਕਹਿੰਦਾ ਆਪਾਂ ਮਰਾਸੀ, ਉਹ ਪਟਵਾਰੀ, ਫਰਕ ਬਹੁਤ ਆ। ਉਹ ਤਾਂ ਆਪਣਾ ਘਰ ਪਰਿਵਾਰ ਦੇ ਵਿੱਚ ਸੌਖਾ ਗਾ, ਤੇਰਾ ਉਹਦੇ ਨਾਲ ਕਿਵੇਂ ਗੁਜ਼ਾਰਾ ਹੋਵੇਗਾ? ਚੱਕ ਰਬਾਬ ਤੇ ਲੋਕਾਂ ਦੇ ਘਰਾਂ ਵਿੱਚ ਜਾਇਆ ਕਰ, ਜਾ ਕੇ ਰਬਾਬ ਵਜਾਇਆ ਕਰ ਤੇ ਘਰ ਦੇ ਜੋਗਾ ਆਟਾ ਕਣਕ ਮੰਗ ਕੇ ਲੈ ਕੇ ਆਇਆ ਕਰ। ਰਬਾਬ ਦੀ ਰਿਹਰਸਲ ਕਰਿਆ ਕਰ, ਰਿਆਜ਼ ਕਰਿਆ ਕਰ, ਹਾਸੀ ਠੱਠਾ ਕਰਿਆ ਕਰ। ਚੇਤਾ ਰੱਖਿਓ, ਮਰਾਸੀ ਬੇਸ਼ੱਕ ਆਪਾਂ ਜਦੋਂ ਲਫ਼ਜ਼ ਬੋਲਾਂਗੇ ਨਾ ਆਪਣਾ ਧਿਆਨ ਇੱਕ ਜਾਤ ਤੇ ਜਾਵੇਗਾ। ਵੈਸੇ ਮਰਾਸੀ ਦਾ ਅਰਥ ਕੋਈ ਜਾਤ ਨਹੀਂ ਹੈ। ਮਰਾਸੀ ਦਾ ਅਰਥ ਹੁੰਦਾ ਆਪਣੀ ਵਿਰਾਸਤ ਨੂੰ ਸਾਂਭਣ ਵਾਲਾ, ਆਪਣੀ ਰਾਸ ਪੂੰਜੀ ਨੂੰ ਸਾਂਭਣ ਵਾਲਾ। ਰਾਸੀ, ਮੰਮੇ ਨੂੰ ਹੁਸ਼ਿਆਰੀ, ਥੋੜਾ ਸੰਨ ਪਾ ਲਓ, ਰਾਸੀ ਅਲੱਗ ਕਰ ਲਓ। ਰਾਸੀ ਮੀਨਜ ਪੈਸੇ, ਰਾਸੀ ਮੀਨਜ ਧਨ, ਰਾਸ ਮਤਲਬ ਕਿ ਪੂੰਜੀ। ਹੁਣ ਰਾਸੀ ਭਾਵ ਆਪਣੀ ਰਾਸੀ ਨੂੰ ਸਾਂਭਣ ਵਾਲਾ। ਰਾਸੀ ਕਿਹੜੀ ਆ? ਇਹਨਾਂ ਕੋਲੇ ਗਾਉਣ ਦਾ ਗੁਣ ਆ, ਕਲਾ ਨਾ, ਤੇ ਕਲਾ ਨੂੰ ਸੰਭਾਲਣ ਵਾਲੀ। ਤੇ ਇਹਨਾਂ ਨੇ ਆਪਣੀ ਕਲਾ ਅੱਜ ਵੀ ਸੰਭਾਲੀ ਵੀ ਆ। ਵਾਹਿਗੁਰੂ ਭਲਾ ਕਰੇ। ਅੱਜ ਉਹਨਾਂ ਦਾ ਜਿਹੜਾ ਸੁਭਾਅ ਉਹ ਹੋਰ ਥਾਂ ਚਲਾ ਗਿਆ, ਪਰ ਨਾਨਕ ਦੇ ਨਾਲ ਜਿਹੜੇ ਕਾਰਨਾਮੇ ਭਾਈ ਮਰਦਾਨਾ ਜੀ ਨੇ ਕੀਤੇ ਨਾ, ਉਧਰ ਉਹਨਾਂ ਦਾ ਧਿਆਨ ਟੁੱਟ ਗਿਆ। ਚਲੋ, ਕਹਿਣ ਤੋਂ ਭਾਵ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨਾਲੋਂ ਅੱਜ ਮਰਦਾਨੇ ਦਾ ਤੇ ਨਾਨਕ ਦਾ ਮਿਲਾਪ ਆ ਜਿਹੜਾ ਉਹ ਦੂਰ ਹੋ ਗਿਆ। ਬਾਬੇ ਨਾਨਕ ਨੇ ਆਪਣਾ ਤਲਵੰਡੀ ਦੇ ਵਿੱਚ ਇੱਕੋ ਹੀ ਮਿੱਤਰ ਪ੍ਰਾਪਤ ਕੀਤਾ, ਸੱਚਾ ਮਿੱਤਰ, ਦਿਲ ਦਾ ਜਾਨੀ, ਦਿਲ ਦਾ ਮਿੱਤਰ। ਉਹ ਕੌਣ ਆ? ਭਾਈ ਮਰਦਾਨਾ। ਜਦੋਂ ਮਰਦਾਨੇ ਦੇ ਨਾਲ ਜਾਰੀ ਪੈਂਦੀ ਆ ਨਾ, ਫਿਰ ਇੱਕ ਦਿਨ ਉਹ ਆਉਂਦਾ ਗਾ, ਛੋਟੀ ਜੀ ਉਮਰ ਹੈਗੀ, ਛੋਟੀ ਜੀ ਉਮਰ ਦੇ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਮਿਲਦੇ ਨੇ। ਮਰਦਾਨਾ ਖੁੱਲੇ ਮੈਦਾਨ ਦੇ ਵਿੱਚ ਰਬਾਬ ਦੀ ਰਿਆਜ਼ ਕਰੀ ਜਾਂਦਾ। ਗੁਰੂ ਨਾਨਕ ਸਾਹਿਬ ਸੁਭਾਵ ਕੀ ਜਾ ਕੇ ਪੁੱਛਦੇ ਨੇ, ਮਰਦਾਨਿਆ ਕੀ ਕਰਦਾ, ਬੜਾ ਚਿਰ ਹੋ ਗਿਆ ਮਿਲਿਆ ਨੂੰ। ਕਹਿੰਦਾ ਜਜਮਾਨਾ ਤੈਨੂੰ ਵੀ ਪਤਾ ਹੀ ਆ ਮੈਂ ਕੀ ਕਰਦਾਗਾ, ਮੈਂ ਰਬਾਬ ਦੀ ਰਿਆਜ਼ ਕਰਦਾਗਾ। ਕਿਉਂ ਕਰਦਾ? ਕਹਿੰਦਾ ਲੋਕਾਂ ਦੇ ਘਰਾਂ ਵਿੱਚ ਜਾਵਾਂਗਾ, ਉਹਨਾਂ ਨੂੰ ਸੁਣਾਵਾਂਗਾ ਤੇ ਉਹ ਮੈਨੂੰ ਕੁਝ ਦੇਣਗੇ ਤੇ ਮੈਂ ਘਰ ਪਰਿਵਾਰ ਪਾਲਾਂਗਾ। ਤੇ ਨਾਨਕ ਕਹਿੰਦਾ ਆਪਾਂ ਰੱਬ ਦੀ ਉਸਤਤ ਕਰੀਏ, ਰੱਬ ਦੀ ਵਡਿਆਈ ਕਰੀਏ। ਤੇ ਮਰਦਾਨਾ ਕਹਿੰਦਾ ਰੱਬ ਕੀ ਦੇਊਗਾ? ਲੋਕਾਂ ਦੇ ਘਰਾਂ ਵਿੱਚ ਜਾਵਾਂਗਾ, ਉਹ ਮੈਨੂੰ ਕਣਕ ਆਟਾ ਮੇਰੇ ਪਰਿਵਾਰ ਦੀ ਰਸਦ ਦੇਣਗੇ। ਤੇ ਰੱਬ ਕੀ ਦੇਊਗਾ? ਰੱਬ ਦੀ ਰਿਆਜ਼ ਆ ਜਿਹੜੀ, ਵਾਹਿਗੁਰੂ ਭਲਾ ਕਰੇ, ਉਹਦੀ ਉਸਤਤ ਆ ਜਿਹੜੀ ਮੈਂ ਨਹੀਂ ਕਰਨੀ ਗੀ। ਨਾ ਨਾ, ਗੁਰੂ ਸਾਹਿਬ ਕਹਿੰਦੇ ਨਹੀਂ, ਇਉਂ ਨਾ ਕਹਿ, ਰੱਬ ਨੇ ਬੜਾ ਕੁਛ ਦੇਣਾ ਗਾ। ਉਹਦੀ ਉਸਤਤ ਕਰਾਂਗੇ ਨਾ, ਉਹਨੇ ਬਹੁਤ ਕੁਝ ਦੇਣਾ ਗਾ। ਉਹਨੇ ਕਿੰਨਾ ਕੁਝ ਦੇਣਾ ਗਾ? ਉਹਦੇ ਦਿੱਤੇ ਦਾ ਤੂੰ ਅੰਤ ਨਹੀਂ ਪਾ ਸਕਦਾ, ਉਹਦੇ ਦਿੱਤੇ ਦਾ ਮੈਂ ਅੰਤ ਨਹੀਂ ਪਾ ਸਕਦਾ। ਮੈਂ ਵੀ ਤੂੰ ਵੀ, ਜੋ ਹੈ ਇਹ ਸਭ ਕੁਝ ਰੱਬ ਦਾ ਦਿੱਤਾ ਹੋਇਆ ਹੈਗਾ। ਤੇ ਉਹਦੀ ਉਸਤਤ ਕਰੀਏ ਆਪਾਂ। ਲੋਕਾਂ ਦੀ ਉਸਤਤ ਕਰੇਗਾ ਨਾ, ਤੈਨੂੰ ਆਟਾ ਖੰਡ ਲੂਣ ਚਾਹ ਮਿਲ ਜਾਵੇਗਾ, ਪਰ ਰੱਬ ਦੀ ਉਸਤਤ ਕਰੇਗਾ ਕੀ ਮਿਲੇਗਾ? ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਹੁਣ ਮਰਦਾਨੇ ਦੇ ਧਿਆਨ 'ਚ ਖਾਨੇ 'ਚ ਗੱਲ ਬਣ ਗਈ। ਗੱਲ ਤਾਂ ਤੇਰੀ ਸਹੀ ਆ, ਆਪਸ ਵਿੱਚ ਮੰਨ ਲਓ ਵੀ ਦੋਸਤ ਬਣ ਗਏ, ਦੋਸਤ ਕੋਲੇ ਹਰ ਗੱਲ ਸਾਂਝੀ ਕੀਤੀ ਜਾਂਦੀ ਆ। ਭਾਵੇਂ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨਾਲੋਂ 10-11 ਸਾਲ ਵੱਡੇ ਨੇ, ਪਰ ਫਿਰ ਵੀ ਦੋਸਤੀ ਬਹੁਤ ਗੂੜੀ, ਪਿਆਰ ਬਣ ਗਿਆ। ਅੱਜ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਕੋਲੇ ਜਾ ਕੇ ਆਪਣੇ ਦਿਲ ਦੀ ਗੱਲ ਦੱਸੀ ਤਾਂ ਚੇਤਾ ਰੱਖਿਓ, ਮਰਦਾਨੇ ਨੇ ਨਾਨਕ ਦੀ ਗੱਲ ਨੂੰ ਸੁਣ ਕੇ ਮੰਨ ਲਿਆ। ਚੱਲ ਫਿਰ ਜਜਮਾਨਾ ਆਪਾਂ ਰੱਬ ਦੀ ਉਸਤਤ ਕਰਾਂਗੇ। ਉਸ ਟਾਈਮ ਤੇ ਵਦਰੇ ਦੇ ਨਾਲ ਆਪਣੀ ਮਾਂ ਲੱਖੋ ਦੇ ਨਾਲ ਵਿਚਾਰ ਕੀਤੀ, ਮੈਂ ਤਾਂ ਮਰਦਾਨਾ ਜੀ ਕਹਿੰਦਾ ਨਾ ਨਾਨਕ ਦੇ ਨਾਲ ਰਹਿ ਕੇ ਰੱਬ ਦੀ ਉਸਤਤ ਕਰਾਂਗਾ। ਕੀ ਮਿਲੂਗਾ? ਉੱਥੇ ਵੀ ਲਫ਼ਜ਼ ਆ ਨਾ, ਕੀ ਮਿਲੂਗਾ? ਪਾਤਸ਼ਾਹੀ ਦੇਖਾਂਗੇ ਤੈਨੂੰ ਮਰਾਸੀ ਨੂੰ ਜਿੱਦੇ ਪਾਤਸ਼ਾਹੀ ਮਿਲ ਗਈ ਹੈ ਨਾ, ਮਿਲਣੀ ਨਹੀਂ ਗੀ, ਐਵੇਂ ਮਾਰੀ ਜਾਂਦੇ ਹੋਗੇ ਭਕਾਈ ਬਿਨਾਂ ਵਜ੍ਹਾ ਤੋਂ। ਤੇ ਪਰ ਸੱਚੀ ਗੱਲ ਜਾਣਿਓ, ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਮਹਾਨ ਖਜ਼ਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਨਾ, ਭਾਵੇਂ ਕੋਈ ਦੁਨੀਆ ਦਾ ਜਿੰਨਾ ਮਰਜ਼ੀ ਅਮੀਰ ਵਿਅਕਤੀ ਹੋਵੇ, ਨਾ ਤਾਂ ਆਪਣਾ ਨਾਮ ਪਵਾ ਸਕਦਾ ਵਿੱਚ ਤੇ ਨਾ ਹੀ ਪਿਆਗਾ। ਵੱਡੇ ਲੋਕ ਹੋਏ ਨਾ, ਵੱਡੇ ਰਾਜਨ ਔਰ ਭੂਮਨ, ਅੱਜ ਦਾ ਹੁਕਮਨਾਮਾ ਵੀ ਆ, ਬੜੇ ਆਏ ਨੇ ਜਿਹੜੇ ਵੱਡੇ ਅਮੀਰ ਸੀ, ਪਰ ਉਹਨਾਂ ਦਾ ਬਾਣੀ ਵਿੱਚ ਨਾਂ ਨਹੀਂ ਪਿਆਗਾ। ਪਰ ਨਾਨਕ ਦੇ ਨਾਲ ਰਹਿਣ ਵਾਲਾ ਮਰਦਾਨਾ
ਉਹਦਾ ਗੁਰੂ ਨਾਨਕ ਸਾਹਿਬ ਨੇ ਨਾਮ ਨਾ ਗੁਰਬਾਣੀ 'ਚ ਦਰਜ ਕਰ ਦਿੱਤਾ ਕਿ ਰੁਪਈਏ ਦੇ ਕੇ, ਸੋਨਾ ਦੇ ਕੇ, ਹੀਰੇ ਮੋਤੀ ਦੇ ਕੇ ਮਰਦਾਨੇ ਨਾ ਪਵਾਇਆ। ਨਹੀਂ, ਰੱਬ ਦੀ ਵਡਿਆਈ ਇੰਨੀ ਕੀਤੀ ਆ, ਰੱਬ ਦੀ ਉਸਤਤ, ਰੱਬ ਦੇ ਆਖੀ ਇੰਨਾ ਲੱਗਿਆਗਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨਾ ਜੀ ਦਾ ਨਾਮ ਸਦਾ ਵਾਸਤੇ ਅਮਿਟ ਕਰ ਦਿੱਤਾ, ਮਿਟੇਗਾ ਨਹੀਂ। ਤੇ ਇਹ ਬੇਨਤੀ ਸਾਨੂੰ ਵੀ ਆ ਵੀ ਆਪਾਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸੁਣਨਾ ਸ਼ੁਰੂ ਕਰ ਦਿੱਤਾ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਇਤਿਹਾਸ ਸੁਣਦੇ ਆ, ਆਪਾਂ ਨੂੰ ਕੀ ਪਤਾ ਲੱਗਿਆ? ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖ ਬਣਾਉਣੇ ਸ਼ੁਰੂ ਕਰ ਦਿੱਤੇ। ਅਸੀਂ ਕਿੱਦੇ ਬਣਾਂਗੇ? ਹਾਂ, ਅਸੀਂ ਸਿੱਖ, ਕੋਈ ਸ਼ੱਕ ਨਹੀਂ। ਅਸੀਂ ਮਾਣ ਦੇ ਨਾਲ, ਫਖਰ ਦੇ ਨਾਲ ਕਹਿੰਦੇ ਆ ਅਸੀਂ ਖਾਲਸੇ, ਅਸੀਂ ਸਿੱਖ, ਅਸੀਂ ਗੁਰੂ ਨਾਨਕ ਸਾਹਿਬ ਦੇ ਪਿਆਰੇ ਆ। ਪਰ ਨਹੀਂ, ਇਉਂ ਮਹਿਸੂਸ ਹੁੰਦਾ ਵੀ ਅਸੀਂ ਕੇਵਲ ਜ਼ੁਬਾਨ 'ਚੋਂ ਕਹਿੰਦੇ ਆ, ਅਜੇ ਹਿਰਦੇ 'ਚੋਂ ਨਹੀਂ ਬਣੇ। ਹਿਰਦੇ 'ਚੋਂ ਤਦ ਬਣਾਂਗੇ ਜਦੋਂ ਆਪਾਂ ਦਿਲ 'ਚੋਂ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਇਹਦਾ ਜਵਾਨੀ ਕਲਾਮੀ ਆ ਸਾਰੀਆਂ ਗੱਲਾਂ, ਸਾਨੂੰ ਅਕਲ ਕਿੰਨੀ ਕੁ ਆਈ ਆਪਾਂ ਖੁਦ ਵੇਖ ਸਕਦੇ ਹਾਂ। ਚਲੋ, ਕਹਿਣ ਤੋਂ ਭਾਵ ਗੁਰੂ ਨਾਨਕ ਸਾਹਿਬ ਦੇ ਨਾਲ ਅੱਜ ਫੈਸਲਾ ਤਲਵੰਡੀ ਦੀ ਧਰਤੀ ਤੇ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਨੇ ਲੈ ਲਿਆ ਸੱਚ ਦਾ ਹੋਕਾ ਮਾਰਨ ਦੇ ਲਈ। ਘਰ ਦੇ ਵਿੱਚ ਹੁਣ ਮਹਿਤਾ ਕਾਲੂ ਕੁਝ ਪਰੇਸ਼ਾਨ ਆ ਤੇ ਪਰੇਸ਼ਾਨੀ ਨੂੰ ਵੇਖ ਕੇ ਬੇਬੇ ਨਾਨਕੀ ਨੇ ਅੰਦਾਜ਼ਾ ਲਾ ਲਿਆ, ਮੇਰਾ ਬਾਪੂ ਨਾ ਜਿਹੜਾ ਪਰੇਸ਼ਾਨ ਆ ਇਸੇ ਕਰਕੇ ਆ ਵੀ ਗੁਰੂ ਨਾਨਕ ਸਾਹਿਬ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਵਿੱਚ ਤੁਰਦੇ ਨੇ ਤੇ ਗੁਰੂ ਨਾਨਕ ਸਾਹਿਬ ਨੂੰ ਇਹ ਉਹ ਰੱਬ ਦੇ ਹੁਕਮ ਵਿੱਚ ਤੁਰਦਿਆਂ ਹੋਇਆਂ ਵੇਖ ਕੇ ਖੁਸ਼ ਨਹੀਂ ਹਨ। ਇਹਨਾਂ ਨੂੰ ਕੁਝ ਹੋਰ ਮਹਿਸੂਸ ਹੁੰਦਾ, ਇਹਨਾਂ ਦੀ ਜਿਹੜੀ ਰਾਹ ਦੀ ਭਾਵ ਆਪਣਾ ਮਾਰਗ ਆ ਨਾ, ਰਸਤਾ ਗਾ ਹੋਰ ਆ ਤੇ ਨਾਨਕ ਦਾ ਰਸਤਾ ਜਿਹੜਾ ਰਾਹ ਦਾ ਸਫ਼ਰ ਆ ਉਹ ਕੁਝ ਹੋਰ ਆ। ਨਾਨਕੀ ਨੇ ਸਾਰਾ ਕੁਝ ਆਪਣੀ ਅੱਖਾਂ ਨਾਲ ਵੇਖ ਲਿਆ, ਪਰ ਨਾਨਕੀ ਗੁਰੂ ਨਾਨਕ ਸਾਹਿਬ ਨੂੰ ਜਾਣ ਗਈ। ਰਾਏ ਬੁਲਾਰ ਗੁਰੂ ਨਾਨਕ ਸਾਹਿਬ ਨੂੰ ਜਾਣ ਗਿਆ ਨਾ, ਮਰਦਾਨਾ ਗੁਰੂ ਨਾਨਕ ਸਾਹਿਬ ਨੂੰ ਜਾਣ ਗਿਆ। ਕੀ ਹੈ ਇਹ? ਪਿੰਡ ਦੇ ਲੋਕ ਤਲਵੰਡੀ ਦੇ ਹੋਰ ਬੜੇ ਨੇ ਜਿਹੜੇ ਨਾਨਕ ਨੂੰ ਜਾਣਗੇ ਵੀ ਕੀ ਹੈ ਇਹ। ਪਰ ਅੱਜ ਬੇਬੇ ਨਾਨਕੀ ਨੇ ਹੱਥ ਬੰਨੇ ਆਪਣੇ ਪਿਤਾ ਅੱਗੇ, ਕਹਿੰਦੀ ਬਾਪੂ ਜੇ ਤੂੰ ਕਵੇਂ ਮੈਂ ਨਾ ਨਾਨਕ ਨੂੰ ਆਪਣੇ ਨਾਲ ਲੈ ਜਾਨੀ ਆ, ਪਿੰਡ ਸਹੁਰੇ ਘਰ ਨਾਲ ਲੈ ਜਾਨੀ ਆ, ਤੂੰ ਕਵੇਂ। ਪਿਤਾ ਮਹਿਤਾ ਕਾਲੂ ਰਾਜੀ ਹੋ ਗਿਆ, ਕਹਿੰਦਾ ਠੀਕ ਆ ਲੈ ਜਾ। ਚਲ ਮੈਂ ਕਹਿੰਦਾ ਜੈ ਰਾਮ ਦੇ ਨਾਲ ਵੀ ਗੱਲਬਾਤ ਕਰਦਾ, ਰਾਏ ਬੁਲਾਰ ਨਾਲ ਵੀ ਗੱਲਬਾਤ ਕਰਦਾ ਤੇ ਦੌਲਤ ਖਾਨਾ ਵੀ ਗੱਲਬਾਤ ਕਰਦਾ। ਕਾਹਦੇ ਲਈ? ਉੱਥੇ ਨੂੰ ਵਿਹਲਾ ਨਹੀਂ ਛੱਡਣਾ, ਉੱਥੇ ਨੂੰ ਕਿਸੇ ਕਿੱਤੇ ਤੇ ਲਾਉਣਾ, ਇਹਨੂੰ ਕਿਸੇ ਕੰਮ ਤੇ ਲਾਉਣਾ, ਠੀਕ ਹੋ ਜਾਊਗਾ ਇਹ। ਚਲੋ ਹੁਣ ਦਾ ਸੁਭਾਅ ਬੱਚਿਆਂ ਵਾਲਾ ਹੋਰ ਤਰ੍ਹਾਂ ਦਾ ਗਾ, ਮਸਤੀ 'ਚ ਰਹਿੰਦਾ ਗਾ, ਇਹਦਾ ਸੁਭਾਅ ਠੀਕ ਹੋ ਜਾਵੇਗਾ, ਬਦਲ ਜਾਵੇਗਾ। ਆਪਣੇ ਵੀ ਘਰ ਦੇ ਹੀ ਰੂਲ ਹੁੰਦੇ ਨੇ ਵੀ ਬੱਚੇ ਨੂੰ ਕਿਸੇ ਕੰਮ ਤੇ ਲਾ ਦਿਓ ਠੀਕ ਹੋ ਜਾਊਗਾ, ਫਿਰ ਵੀ ਨਹੀਂ ਠੀਕ ਹੁੰਦਾ, ਬੱਚੇ ਦਾ ਵਿਆਹ ਕਰ ਦਿਓ ਫਿਰ ਠੀਕ ਹੋ ਜੂ, ਕਬੀਲਦਾਰੀ ਚੁੱਲ ਜਾਊਗਾ। ਆਪਣੇ ਵੀ ਇੱਦਾਂ ਦੀ ਲੱਛਣ ਆ ਨਾ। ਤੇ ਗੁਰੂ ਨਾਨਕ ਸਾਹਿਬ ਦੇ ਬਾਪ ਨੇ ਵੀ ਇੱਦਾਂ ਸੋਚਿਆ, ਕਹਿੰਦਾ ਕੋਈ ਗੱਲ ਨਹੀਂ ਲੈ ਜਾ। ਰਾਏ ਮਸ਼ਵਰਾ ਕਰਕੇ ਦੌਲਤ ਖਾਂ ਦੇ ਘਰ ਵਿੱਚ ਜੈ ਰਾਮ ਡਿਊਟੀ ਕਰਦਾ ਤੇ ਜੈ ਰਾਮ ਦੇ ਨਾਲ ਮਸ਼ਵਰਾ ਕਰਕੇ ਗੁਰੂ ਨਾਨਕ ਸਾਹਿਬ ਨੂੰ ਸੁਲਤਾਨਪੁਰ ਦੇ ਨਵਾਬ ਦੀ ਭਾਵ ਮੋਦੀ ਖਾਨੇ ਦੇ ਵਿੱਚ ਇੱਕ ਮਾਲ ਅਫਸਰ ਬਣਾ ਦਿੱਤਾ। ਮਾਲ ਅਫਸਰ ਮੋਦੀ ਖਾਨੇ ਦਾ ਮੇਨ ਇੱਕ ਕਰਤਾ ਧਰਤਾ ਬਣਾ ਦਿੱਤਾ। ਗੁਰੂ ਨਾਨਕ ਸਾਹਿਬ ਦੇ ਥੱਲੇ ਹੋਰ ਵੀ ਬੜੇ ਲੋਕ ਨੇ। ਹੁਣ ਜਿਹੜੇ ਗੁਰੂ ਨਾਨਕ ਸਾਹਿਬ ਵਾਲੀ ਡਿਊਟੀ ਤੋਂ ਹਟਾਏ ਨੇ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਸੁਭਾਵਿਕ ਗੱਲ ਆ ਵੀ ਜਿੱਥੇ ਕੋਈ ਨਵਾਂ ਬੰਦਾ ਕੰਮ ਆਵੇ ਤੇ ਉਹਦਾ ਸੁਭਾਵਿਕ ਤੌਰ ਤੇ ਵਿਰੋਧ ਆ ਜਿਹੜਾ ਉਹ ਜਿਹੜੇ ਪੁਰਾਣੇ ਹਟ ਕੇ ਗਏ ਆ ਉਹ ਕਰਨਗੇ, ਕਰਦੇ ਆ ਨਾ, ਭਾਵ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ। ਹੁਣ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨੇ ਦੇ ਵਿੱਚ ਰਹਿ ਕੇ ਜਿਹੜਾ ਸੱਚ ਦਾ ਸੌਦਾ ਫਿਰ ਸ਼ੁਰੂ ਕਰ ਦਿੱਤਾ, ਸੱਚ ਦਾ ਕੰਮ ਆ ਜਿਹੜਾ ਉਹ ਫਿਰ ਸ਼ੁਰੂ ਕਰ ਦਿੱਤਾ। ਹੁਣ ਉਹਨਾਂ ਟਾਈਮਾਂ ਦੇ ਵਿੱਚ ਆਪਾਂ ਨੂੰ ਪਤਾ ਨਾ ਵੀ ਜਿਹੜਾ ਦੇਣ ਲੈਣਾ ਉਹ ਕਰੰਸੀ ਕਰਕੇ ਨਹੀਂ ਹੁੰਦਾ, ਥੋੜਾ ਹੁੰਦਾ, ਅਮੀਰ ਲੋਕ ਕਰਦੇ ਨੇ। ਆਪਾਂ ਥੋੜਾ ਟਾਈਮ ਪਿੱਛੇ ਜਾਈਏ ਨਾ, ਅੱਜ ਵੀ ਘਰਾਂ ਦੇ ਵਿੱਚ ਕੋਈ ਸਬਜ਼ੀ ਵਾਲਾ ਆ ਕੇ ਹੁੱਕਾ ਮਾਰੇ ਤੇ ਉਸ ਟਾਈਮ ਤੇ ਨਾਲ ਕੀ ਕਹਿੰਦਾ, ਆ ਫਲਾਨੀ ਸਬਜ਼ੀ ਨਾ ਫਲਾਨੇ ਫਰੂਟ ਇਹ ਭਾਈ ਦਾਣਿਆਂ ਦੇ ਬਰਾਬਰ ਦੇ ਦਾਂਗੇ ਅਸੀਂ। ਤੇ ਉਦੋਂ ਜਿੰਨਾ ਦੇਣ ਲੈਣ ਹੁੰਦਾ ਸੀ ਇੱਧਰ ਉੱਧਰ ਤਨਖਾਹ ਦੇ ਰੂਪ ਵਿੱਚ ਉਹ ਵੀ ਦਾਣੇ ਦਿੱਤੇ ਜਾਂਦੇ ਨੇ, ਟੈਕਸ ਆ ਉਹ ਵੀ ਦਾਣਿਆਂ ਦੀ ਭਰਾਇਆ ਜਾਂਦਾ ਗਾ, ਜਿੰਨੀ ਜਿਨਸ ਆ ਉਹ ਲਿੱਤੀ ਜਾਂਦੀ ਆ, ਦਿੱਤੀ ਜਾਂਦੀ ਆ। ਇੱਦਾਂ ਹੀ ਕੰਮ ਚੱਲਦਾ ਨਾ। ਹੁਣ ਚੇਤਾ ਰੱਖਿਓ ਉਸ ਟਾਈਮ ਤੇ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਮਾਲ ਅਫਸਰ ਸੀ ਨਾ ਮੋਦੀ ਖਾਨੇ ਦੇ ਵਿੱਚ, ਉਹਨਾਂ ਦਾ ਸੁਭਾਅ ਸੀ ਜਦੋਂ ਲੋਕਾਂ ਤੋਂ ਟੈਕਸ ਲੈਣਾ ਦਾਣਿਆਂ ਦੇ ਰੂਪ 'ਚ ਉਦੋਂ ਘੱਟ ਦਿਖਾਉਣਾ,
ਤੇ ਜਦੋਂ ਦੇਣਾ ਤੇ ਉਦੋਂ ਵੱਧ ਦਿਖਾਉਣਾ। ਮਤਲਬ ਜਿਹੜਾ ਤਰਾਜੂ ਹੱਥ 'ਚ ਫੜਿਆ ਨਾ, ਕੰਡਾ ਤੱਕੜ, ਉਹਨੂੰ ਭਾਵ ਧੜਾ ਕਰਨ ਦੇ ਲਈ ਇੱਕ ਬਹਾਨੇ ਦੇ ਨਾਲ ਸਾਈਡ ਤੇ ਪੱਲੜੇ ਦੇ ਨਾਲ ਨਾ ਕੀ ਬੰਨਿਆ ਹੁੰਦਾ, ਵਜਨ ਬੰਨਿਆ ਹੁੰਦਾ ਹੈਗਾ। ਜਦੋਂ ਚੀਜ਼ ਦੇਣੀ ਆ ਉਦੋਂ ਵਜਨ ਵਾਲੇ ਪਾਸੇ ਰੱਖ ਕੇ ਤੋਲਣੀ ਆ, ਤੇ ਜਦੋਂ ਲੈਣੀ ਆ ਉਦੋਂ ਜਿਹੜੇ ਪਾਸੇ ਵਜਨ ਘੱਟ ਆ ਤੱਕੜ 'ਚ ਉਧਰਲੇ ਪਾਸੇ ਰੱਖ ਕੇ ਤੋਲਣੀ ਆ। ਹੁਣ ਗੁਰੂ ਨਾਨਕ ਸਾਹਿਬ ਨੂੰ ਇਹ ਕੁਝ ਚੰਗਾ ਨਹੀਂ ਲੱਗਦਾ। ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਤੱਕੜ ਆ ਗਿਆ, ਤੇ ਜੇ ਹੁਣ ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਤੱਕੜ ਆਇਆ ਨਾ, ਉਹ ਬੇਈਮਾਨੀ ਨਹੀਂ ਕਰੂਗਾ ਨਾ। ਜਿਹਨੇ ਬੇਈਮਾਨੀ ਕਰਨੀ ਹੁੰਦੀ ਨਾ, ਫਿਰ ਉਹ ਭੁੱਖੇ ਸਾਧੂਆਂ ਨੂੰ ਭੋਜਨ ਨਹੀਂ ਸੀ ਸਿਖਾਉਂਦਾ ਗਾ। ਜੇ ਬੇਈਮਾਨੀ ਕਰਨੀ ਹੁੰਦੀ ਨਾ, ਫਿਰ ਉਹ ਮਰਦਾਨੇ ਨਾਲ ਯਾਰੀ ਨਹੀਂ ਸੀ ਪਾਉਂਦਾ ਗਾ। ਜੇ ਬੇਈਮਾਨੀ ਕਰਨੀ ਹੁੰਦੀ ਨਾ, ਤੇ ਗੁਰੂ ਨਾਨਕ ਸਾਹਿਬ ਨੇ ਫਿਰ ਆਪਾਂ ਨੂੰ ਪਤਾ ਆਪਣੀ ਜ਼ਿੰਦਗੀ ਦਾ ਰੂਲ ਆ ਜਿਹੜਾ ਕਾਨੂੰਨ ਨੇ ਉਹਨਾਂ ਨੂੰ ਬਦਲ ਦੇਣਾ ਸੀ। ਉਹ ਦੁਨਿਆਵੀ ਲੋਕਾਂ ਮੁਤਾਬਕ ਹੀ ਹੋ ਜਾਂਦਾ। ਨਹੀਂ, ਬੇਈਮਾਨੀ ਨਹੀਂ ਕਰਨੀ। ਪਹਿਲਾਂ ਵਾਲੇ ਅਫਸਰ ਉਹ ਬੇਈਮਾਨ ਸੀ। ਇਹ ਤਾਂ ਹੁਣ ਗੁਰਬਾਣੀ 'ਚ ਵੀ ਲਿਖਿਆ ਨਾ, ਪਾਤਸ਼ਾਹ ਨੇ ਜ਼ਿਕਰ ਕੀ ਕੀਤਾ, ਵੱਡੀ ਲੈ ਕੇ ਹੱਕ ਗਵਾਏ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ। ਵੀ ਜੇ ਗੁਰਬਾਣੀ ਭਾਈ ਗੁਰਦਾਸ ਨੇ ਇਦਾਂ ਦੇ ਜ਼ਿਕਰ ਕੀਤੇ ਆ ਨਾ, ਤਾਂ ਇਹਦਾ ਮਤਲਬ ਇਹ ਸਿੱਧ ਹੋ ਗਿਆ ਵੀ ਜਿਹੜੀ ਰਿਸ਼ਵਤ ਆ ਨਾ, ਇਹ ਬੜੀ ਪੁਰਾਣੀ ਆ ਤੇ ਅੱਜ ਵੀ ਚੱਲਦੀ ਹੈ, ਜ਼ੋਰਾਂ ਤੇ ਚੱਲਦੀ ਅੱਜ ਵੀ। ਹੁਣ ਗੁਰੂ ਨਾਨਕ ਸਾਹਿਬ ਰਿਸ਼ਵਤ ਖੋਰੀ ਨਹੀਂ ਹੈ। ਉਹ ਤਾਂ ਕਹਿੰਦਾ, ਕਾਦੀ ਕੂੜ ਬੋਲ ਮਲ ਖਾਏ, ਬ੍ਰਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਵੰਦ। ਗੁਰੂ ਨਾਨਕ ਤਾਂ ਹੋਕਾ ਮਾਰਦਾ ਰਾਜੇ ਸ਼ੀ, ਮੁਕੱਦਮ ਕੁੱਤੇ। ਇਹ ਨਾਨਕ ਆ ਜਿਹੜਾ ਕਹਿ ਰਿਹਾ ਮੁਕੱਦਮ ਕੁੱਤੇ ਨੇ। ਇੱਥੇ ਕਹਿ ਕੇ ਦੇਖੋ ਵੀ ਜਿਹੜਾ ਬੰਦਾ ਕਿਸੇ ਲੀਡਰ ਦੀ ਬੁੱਕਲ ਜਾ ਕੇ ਬਹਿੰਦਾ ਵੀ ਉਹ ਕੁੱਤਾ, ਕਹਿ ਕੇ ਦੇਖੋ ਅਗਲਾ ਮਾਰ ਦੂਗਾ, ਅਗਲਾ ਪਰਚਾ ਕਰਵਾ ਦੂ, ਅਗਲਾ ਕਹੂ ਮੇਰੀ ਮਾਣਹਾਨੀ ਦਾ ਕੇਸ ਪਾਓ ਤੇ ਇਹਨੇ ਮੇਰੀ ਬੇਇੱਜ਼ਤੀ ਕੀਤੀ। ਹਾਲਾਂਕਿ ਉਹ ਸੱਚ ਆ ਵੀ ਅਸੀਂ ਅਖੌਤੀ, ਬਲੈਕੀਏ, ਕਾਤਲੀ ਉਹਨਾਂ ਲੋਕਾਂ ਦੀਆਂ ਬੁੱਕਲਾਂ ਜਾ ਕੇ ਬਹਿੰਦੇ ਚੌਧਰ ਦੇ ਮਾਰੇ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿੰਦਾ ਇਹ ਕਾਜੀ ਜਿਹੜੇ ਨੇ, ਰਾਜੇ ਨੇ ਜਿਹੜੇ, ਇਹ ਸ਼ੀਂਹ ਨੇ, ਬਘਿਆੜ ਨੇ, ਤੇ ਜਿਹੜੇ ਇਹਨਾਂ ਦੇ ਹੇਠਾਂ ਅਹਿਲਕਾਰ ਨੇ ਉਹ ਕੁੱਤੇ ਨੇ। ਤੇ ਗੁਰੂ ਨਾਨਕ ਸਾਹਿਬ ਦੀ ਹਿੱਸੇ ਗੱਲ ਆਈ ਆ। ਸਾਡੇ ਹਿੱਸੇ ਤਾਂ ਸ਼ਾਇਦ ਬੜਾ ਲੰਬਾ ਟਾਈਮ ਲੱਗ ਜਾਵੇਗਾ ਜਿੱਦੇ ਅਸੀਂ ਕਹਾਂਗੇ ਵੀ ਰਾਜੇ ਸ਼ੀਂਹ ਮੁਕੱਦਮ ਕੁੱਤੇ। ਹਾਲਾਂਕਿ ਉਹ ਸਾਡੀ ਗੱਲ ਨਹੀਂ, ਉਹ ਨਾਨਕ ਦੀ ਗੱਲ ਆ। ਨਾਨਕ ਦੀ ਗੱਲ ਨੂੰ ਅਸੀਂ ਰਿਪੀਟ ਕਰਨਾ, ਲੋਕਾਂ ਦੇ ਵਿੱਚ ਦੁਹਰਾਉਣਾ ਗਾ। ਪਰ ਨਹੀਂ, ਸਾਡੇ ਕੋਲੇ ਨਾਨਕ ਦੀ ਗੱਲ ਨੂੰ ਦੁਹਰਾਉਣ ਦੀ ਵੀ ਤਾਕਤ ਹੈ ਨਹੀਂ ਗੀ। ਚਲੋ ਗੱਲ ਨੂੰ ਅੱਗੇ ਲੈ ਕੇ ਚੱਲੀਏ। ਹੁਣ ਇੱਦਾਂ ਲੋਕ ਆਉਂਦੇ ਨੇ, ਜਾਂਦੇ ਨੇ, ਛੋਟੇ ਵੱਡੇ ਸਭ ਆਉਂਦੇ ਨੇਗੇ। ਸਭ ਨੂੰ ਭਾਵ ਗੁਰੂ ਨਾਨਕ ਸਾਹਿਬ ਅਨਾਜ ਆ ਜਿਹੜਾ ਉਹ ਤੋਲ ਕੇ ਦੇ ਰਹੇ ਨੇ 1 7 13 ਤੇ। ਇੱਕ ਨਾ ਸੁਲਤਾਨਪੁਰ ਦੇ ਨੇੜੇ ਪਿੰਡ ਹੈਗਾ ਮਲਸੀਹਾਂ, ਤੇ ਉੱਥੋਂ ਦਾ ਰਹਿਣ ਵਾਲਾ ਇੱਕ ਚੌਧਰੀ ਆ। ਉਹ ਚੌਧਰੀ ਦਾ ਨਾਂ ਗਾ ਭਾਈ ਭਗੀਰਥ। ਤੇ ਗੱਲ ਇੱਕ ਹੋਰ ਦੇਖਿਓ ਵੀ ਗੁਰੂ ਨਾਨਕ ਸਾਹਿਬ ਦੇ ਬੋਲਾਂ ਦੇ ਵਿੱਚ ਕਿੱਡੀ ਵੱਡੀ ਕਲਾ। ਉਹ ਵੱਡੇ ਵੱਡੇ ਨਾ ਅਮੀਰਾਂ ਨੂੰ ਵਿੰਨ ਕੇ ਰੱਖ ਦਿੰਦਾ। ਗੁਰੂ ਨਾਨਕ ਸਾਹਿਬ ਦੇ ਬੋਲਾਂ ਵਿੱਚ, ਗੁਰੂ ਨਾਨਕ ਸਾਹਿਬ ਦੀ ਬਾਣੀ 'ਚ, ਗੁਰੂ ਨਾਨਕ ਸਾਹਿਬ ਦੀ ਆਵਾਜ਼ ਵਿੱਚ ਕਿੱਡੀ ਕਲਾ। ਉਹ ਸੱਜਣ ਠੱਗ ਵਰਗਿਆਂ ਨੂੰ ਕੀਲ ਕੇ ਰੱਖ ਦਿੰਦਾ। ਇਉਂ ਮੰਨ ਲਓ ਵੀ ਵੱਡੇ ਵੱਡੇ ਨਾ ਫਨੀਅਰ ਨਾਗਾਂ ਨੂੰ ਗੁਰੂ ਨਾਨਕ ਸਾਹਿਬ ਆਪਣੀ ਆਵਾਜ਼ ਨਾਲ ਕੀਲ ਲੈਂਦਾ, ਮੂਹਰੇ ਨੱਚਣ ਲਾ ਦਿੰਦਾ ਗਾ। ਇਹ ਗੁਰੂ ਨਾਨਕ ਸਾਹਿਬ ਕੋਲੇ ਕਿਹੋ ਜਿਹੀ ਕਲਾ ਆ ਗਈ, ਬੋਲਾਂ ਦੀ ਕਲਾ ਹੈ ਨਾ। ਹੁਣ ਗੁਰੂ ਨਾਨਕ ਸਾਹਿਬ ਦੇ ਤਾਂ ਇਹ ਨਹੀਂ ਵੀ 4 ਅੱਖਾਂ ਨੇ, ਜੀਭਾਂ 2 ਨੇ, ਕੰਨ 4 ਨੇ, ਹੱਥ 4 ਨੇ ਨਾ। ਜਿਵੇਂ ਦੇਵੀ ਦੇਵਤਾ ਦੇਖਦੇ ਆ ਨਾ ਵੀ 10 ਵਾਰ ਇੱਧਰ ਹੱਥ ਲਾਏ ਪਏ ਨੇ, 10 ਵਾਰ ਇੱਧਰ ਹੱਥ ਲਾਏ ਪਏ ਨੇ। ਇਹ ਨਮੂਨਾ ਕਿਹਦਾ? ਕਹਿੰਦੇ ਦੇਵੀ ਆ, ਇਹ ਦੇਵਤਾ ਗਾ। ਇਦਾਂ ਦਾ ਬੰਦਾ ਆਪਾਂ ਵੇਖਿਆ ਨਹੀਂ। ਜੇ ਪੈਦਾ ਹੋ ਵੀ ਜਾਵੇ ਲੋਕ ਡਰਦੇ ਨੇ ਵੀ ਇਹ ਕੀ ਹੋ ਗਿਆ। ਪਰ ਸੋਚ ਕੇ ਦੇਖੋ, ਗੁਰੂ ਨਾਨਕ ਸਾਹਿਬ ਸਾਡੇ ਵਰਗਾ ਸੀ, ਪਰ ਉਹਦੇ ਵਿੱਚ ਕਲਾ ਕਿੰਨੀ ਸੀ। ਅੱਜ ਭਾਈ ਭਗੀਰਥ ਨਾ ਚੌਧਰੀ ਆਪਣੇ ਨੌਕਰ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਦੇ ਕੋਲੇ ਸੁਲਤਾਨਪੁਰ ਦੀ ਧਰਤੀ ਤੇ ਪਹੁੰਚਿਆ। ਜਦੋਂ ਪਹੁੰਚਿਆ ਨਾ, ਭਗੀਰਥ ਅਮੀਰ ਵੀ ਬਹੁਤ ਆ, ਸਿਆਣਾ ਵੀ ਬਹੁਤ ਆ। ਇਹ ਕਿਸੇ ਕਿਸੇ ਦੇ ਹਿੱਸੇ ਸੇਵਾ ਹੁੰਦੀ ਹੈ, ਬੰਦਾ ਅਮੀਰ ਵੀ ਹੋਵੇ ਤੇ ਸਿਆਣਾ ਵੀ ਹੋਵੇ। ਆਪਣੇ ਨੌਕਰ ਨੂੰ ਕਹਿੰਦਾ ਨਾ, ਕਹਿੰਦਾ ਜਿਹੜਾ ਅੱਜ ਤੁਲਾਵਾ ਨਾ ਨਵਾਂ, ਉਹ ਅਫਸਰ ਆ ਨਾ ਜਿਹੜਾ, ਮੈਨੂੰ ਸਿਆਣਾ ਲੱਗਦਾ। ਕਿਉਂਕਿ ਕਿਸੇ ਦਾ ਚਿਹਰਾ ਪੜ੍ਹਨਾ ਇਹ ਕਿਸੇ ਕਿਸੇ ਦੇ ਹਿੱਸੇ ਸੇਵਾ ਹੁੰਦੀ ਹੈ। ਵਾਹਿਗੁਰੂ ਭਲਾ ਕਰੇ ਆਪਾਂ ਵੀ ਗੁਰੂ ਪਾਤਸ਼ਾਹ ਦੀ ਮੱਤ ਲੈ ਕੇ ਦੂਜਿਆਂ ਦਾ ਚਿਹਰਾ ਪੜ੍ਹਨਾ ਸ਼ੁਰੂ ਕਰ ਦਈਏ ਵੀ ਇਹਦੇ ਅੰਦਰ ਕੀ ਹੈਗਾ। ਇਹ ਸੱਚਾਈ ਆ ਵੀ ਜੋ ਅੰਦਰ ਹੋਵੇ ਨਾ ਉਹ ਬੰਦੇ ਦੇ ਚਿਹਰੇ ਤੇ ਆ ਜਾਂਦਾ। ਬੰਦਾ ਨਾਰਾਜ਼ ਆ, ਚਿਹਰਾ ਉਦਾਸ ਆ। ਬੰਦਾ ਖੁਸ਼ ਆ ਤੇ ਚਿਹਰੇ ਤੇ ਖੁਸ਼ੀ ਆ। ਹੁਣ ਗੁਰੂ ਨਾਨਕ ਸਾਹਿਬ ਨੂੰ ਪਹਿਲਾਂ ਵੇਖ ਲਿਆ, ਕਹਿੰਦਾ ਬੰਦਾ ਮੈਨੂੰ ਬੜਾ ਵਧੀਆ ਲੱਗਦਾ ਗਾ।
ਤੇ ਗੁਰੂ ਨਾਨਕ ਸਾਹਿਬ ਕੁਰਸੀ ਤੇ ਇੱਕ ਬੰਨੇ ਕਹਿ ਲੋ ਵੀ ਇੱਕ ਪਾਸੇ ਬੈਠੇ ਨੇ ਤੇ ਨੌਕਰ ਆ ਜਿਹੜੇ ਉਹ ਸੌਦਾ ਕਣਕ ਅਨਾਜ ਤੋਲ ਕੇ ਦੇ ਰਹੇ ਨੇ। ਭਗੀਰਥ ਨੌਕਰ ਸਮੇਤ ਆਪਣਾ ਸਾਧਨ ਲੈ ਕੇ ਕੋਲ ਪਹੁੰਚ ਗਿਆ ਤੇ ਗੁਰੂ ਨਾਨਕ ਸਾਹਿਬ ਉੱਠ ਕੇ ਖੜੇ ਹੋ ਗਏ। ਗੁਰੂ ਨਾਨਕ ਸਾਹਿਬ ਆਪਣੇ ਨੌਕਰਾਂ ਨੂੰ ਨਾ ਜਿਹੜੇ ਉੱਥੇ ਹੋਰ ਨੇ ਮੋਦੀਖਾਨੇ ਦੇ ਵਿੱਚ ਸੁਲਤਾਨਪੁਰ ਦੀ ਧਰਤੀ ਤੇ, ਉਹਨਾਂ ਨੂੰ ਕਹਿੰਦੇ ਤੁਸੀਂ ਰਹਿਣ ਦਿਓ, ਤੁਸੀਂ ਦਮ ਲਵੋ 10 ਮਿੰਟ, ਚਾਹ ਪਾਣੀ ਛਕੋ, ਤੁਸੀਂ ਨਾ ਆਪਣੀ ਰੋਟੀ ਪਾਣੀ ਛਕੋ ਤੇ ਮੈਂ ਇਹ ਕੰਮ ਕਰ ਦਾਂਗਾ, ਤੁਸੀਂ ਜਾਓ। ਗੁਰੂ ਨਾਨਕ ਸਾਹਿਬ ਨੇ ਪਿਆਰ ਦੇ ਨਾਲ ਆਪਣੇ ਨੌਕਰਾਂ ਨੂੰ ਪਾਸੇ ਕੀਤਾ। ਉਹ ਹੱਥ ਬੰਨ੍ਹਦੇ ਨੇ, ਤੁਸੀਂ ਸਾਡੇ ਨਾਲੋਂ ਵੱਡੇ ਮੁਲਾਜ਼ਮ ਹੋ, ਨਹੀਂ ਤੁਸੀਂ ਨਾ ਤੋਲੋ ਅਸੀਂ ਤੋਲਾਂਗੇ। ਨਾਨਕ ਕਹਿੰਦਾ ਨਹੀਂ ਕੋਈ ਨਾ, ਮੈਂ ਕਰੂੰ ਸੇਵਾ, ਤੁਸੀਂ ਜਾਓ। ਹੁਣ ਗੁਰੂ ਨਾਨਕ ਸਾਹਿਬ ਹਨ ਵੱਡੇ ਅਫਸਰ ਤੇ ਜਾ ਕੇ ਆਪ ਖੁਦ ਤੱਕੜ ਫੜਿਆ ਤੇ ਹੁਣ ਜਦੋਂ ਭਗੀਰਥ ਦੀ ਵਾਰੀ ਆਈ ਨਾ ਅਨਾਜ ਜਿਨਸ ਲੈਣ ਦੀ, ਉਸ ਟਾਈਮ ਤੇ ਨਾਨਕ ਕੀ ਕਹਿੰਦਾ ਹੈਗਾ, ਇੱਕ ਇੱਕ ਇੱਕ। ਤੇ ਆਪਣੀ ਪਿੱਛੇ ਰੀਤ ਆ ਥੋੜੀ ਜਿਹੀ, ਆਪਾਂ ਆਪਣੇ ਤੇ ਗੱਲ ਲਾ ਲਓ। ਜਦੋਂ ਨਾ ਆਪਾਂ ਗਿਣਤੀ ਕਰਦੇ ਹਾਂ ਕੁਝ ਸਾਲ ਪਿੱਛੇ ਜਾਈਏ, ਉਦੋਂ ਲਿਖਤੀ ਰੂਪ ਚ ਨਹੀਂ, ਜਾਂ ਤਾਂ ਗੰਢ ਦਿੱਤੀ ਜਾਂਦੀ ਹੈ ਕਿਸੇ ਰੱਸੀ ਨੂੰ, ਜਾਂ ਕਿਸੇ ਤਰ੍ਹਾਂ ਦੀਆਂ 5 7 20 50 100 ਰੂੜੀ ਇਕੱਠੀ ਕੀਤੀ ਜਾਂਦੀ, ਰੂੜੀ ਕੱਢੀ ਜਾਂਦੀ ਆ ਤੇ ਪੂੜੀ ਪਾਈ ਜਾਂਦੀ ਆ। ਇਦਾਂ ਜਾਂ ਇਦਾਂ ਕਹਿਣਾ ਪੈਂਦਾ, ਜਿਹੜਾ ਅੱਖਰ ਜਿਹੜਾ ਪਲੜਾ ਅੱਗੇ ਪਾਇਆ, ਜਿੰਨਾ ਟਾਈਮ ਦੂਜਾ ਪਲੜਾ ਨਹੀਂ ਪਾਉਂਦੇ ਉਹਨਾਂ ਟਾਈਮ ਆਪਾਂ ਨੂੰ ਇੱਕ 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 ਜਾਂ ਦੋ 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 ਕਹਿਣਾ ਪੈਂਦਾ। ਕੁਝ ਟਾਈਮ ਪਿੱਛੇ ਜਾਈਏ, ਅੱਜ ਦਾ ਸਮਾਂ ਬਦਲ ਚੁੱਕਿਆ ਹੈਗਾ। ਹੁਣ ਜਦੋਂ ਪਲੜਾ ਇੱਕ ਗੁਰੂ ਨਾਨਕ ਸਾਹਿਬ ਨੇ ਪਾਤਾ ਨਾ ਤੇ ਕਹਿੰਦੇ ਕੀ ਨੇ, ਇੱਕ ਇੱਕ ਇੱਕ। ਦੂਜਾ ਪਲੜਾ ਪਾਤਾ, ਕਹਿਣਾ ਕੀ ਸੀ, ਦੋ, ਤੇ ਗੁਰੂ ਨਾਨਕ ਕੀ ਕਹਿੰਦਾ, ਇੱਕ ਇੱਕ ਇੱਕ। ਤੀਜਾ ਪਲੜਾ ਪਾਤਾ, ਇੱਕ ਇੱਕ ਇੱਕ। ਚੌਥਾ ਇੱਕ, ਭਾਵ ਗਿਣਤੀ 4 5 ਪਲੜਿਆਂ ਤੇ ਪਹੁੰਚ ਗਈ ਤੇ ਅਜੇ ਜ਼ੁਬਾਨ ਵਿੱਚੋਂ ਇੱਕ 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 ਹੀ ਆਵਾਜ਼ ਆ ਰਹੀ ਹੈ। ਹੁਣ ਚੇਤਾ ਰੱਖੋ, ਭਗੀਰਥ ਸੋਚਦਾ ਵੀ ਮੈਂ ਸਮਝਿਆ ਸੀ ਬੰਦਾ ਬੜਾ ਸਿਆਣਾ ਗਾ, ਇਹ ਤਾਂ ਨਵਾਬ ਦੌਲਤ ਖਾਨ ਨੇ ਬੰਦੇ ਨੂੰ ਨਾ ਆਪਣੇ ਖਜ਼ਾਨੇ ਵਿੱਚ ਰੱਖ ਕੇ, ਇੱਥੇ ਮੋਦੀ ਖਾਨੇ ਵਿੱਚ ਰੱਖ ਕੇ ਗਲਤ ਕੰਮ ਕੀਤਾ। ਕਮਲੇ ਨੂੰ ਗਿਣਤੀ ਨਹੀਂ ਆਉਂਦੀ ਇਹਨੂੰ ਤਾਂ। ਹੁਣ ਭਗੀਰਥ ਕੀ ਕਹਿੰਦਾ, ਗਿਣਤੀ ਨਹੀਂ ਆਉਂਦੀ ਇਹਨੂੰ। ਉਹ ਕਹਿੰਦਾ ਉਹ ਭਲਿਆ ਪੁਰਖਾ, ਭਗੀਰਥ ਕਹਿੰਦਾ ਇਦੂ ਗਾਹਾਂ ਚੱਲ, ਗਿਣਤੀ ਨਹੀਂ ਆਉਂਦੀ, ਆਉਂਦੀ ਆ, ਫਿਰ ਗਾਹਾਂ ਚੱਲ। ਹੁਣ ਗਾਹਾਂ ਗਿਣਤੀ ਕਿੱਥੇ ਪਹੁੰਚ ਗਈ, 7 ਤੇ। ਹੁਣ ਪਲੜਾ ਵੀ 7 ਹੋ ਗਿਆ ਤੇ ਗੁਰੂ ਨਾਨਕ ਸਾਹਿਬ ਨੇ ਵਿਚਾਲੜੇ ਅੰਸਰ ਛੱਡ ਕੇ 7 ਕਹਿਣਾ ਸ਼ੁਰੂ ਕਰਤਾ। 7 ਤੇ ਫਿਰ ਹੋ ਗਿਆ 7 7 7। ਭਗੀਰਥ ਕਹਿੰਦਾ ਬਾਬਾ ਜੀ ਅੱਗੇ ਹੋਰ ਵਧੋ, ਗਿਣਤੀ ਹੋਰ ਵਧਾਓ। ਤੇ ਗੁਰੂ ਨਾਨਕ ਸਾਹਿਬ ਗਿਣਤੀ ਕਰਦੇ 13 ਤੇ ਪਹੁੰਚ ਗਏ ਤੇ ਭਗੀਰਥ ਦਾ ਉਧਰੋਂ ਵਜਨ ਵੀ ਪੂਰਾ ਹੋ ਗਿਆ। ਭਗੀਰਥ ਕਹਿੰਦਾ 13 ਹੋ ਗਿਆ, ਮਤਲਬ ਬਿੰਦੀ ਲਾ ਕੇ ਰਾਰੇ ਦੇ ਕੰਨੇ ਤੇ ਆਪਾਂ 13 ਬਣਾ ਦਿੰਦੇ ਆ। ਭਗੀਰਥ ਕਹਿੰਦਾ 13 ਹੋ ਗਿਆ। ਗੁਰੂ ਨਾਨਕ ਸਾਹਿਬ ਕਹਿੰਦਾ ਬਸ ਆਹੀ ਕੁਛ ਸੁਣਨਾ ਚਾਹੁੰਦਾ ਸੀ। ਸੱਚੀ ਗੱਲ ਜਾਣਿਓ, ਬੰਦੇ ਦੇ ਦਿਲ ਚੋਂ ਉਹ ਆਵਾਜ਼ ਨਿਕਲਦੀ ਹੈ ਜਿਹੜੀ ਬਿਲਕੁਲ ਸੱਚ ਹੋਵੇ। ਕਈ ਵਾਰ ਆਪਾਂ ਕਹਿੰਦੇ ਨੇ ਨਾ ਜੀ ਸੱਚੀ ਗੱਲ ਤਾਂ ਬੋਲੀ ਜਾਂਦੀ ਆ, ਭਾਵੇਂ ਕਿਸੇ ਨੂੰ ਕੌੜੀ ਲੱਗੇ ਤੇ ਭਾਵੇਂ ਕਿਸੇ ਨੂੰ ਚੰਗੀ ਲੱਗੇ। ਹੁਣ ਭਗੀਰਥ ਨੇ ਕੀ ਕਿਹਾ, ਕਹਿੰਦਾ 13 ਹੋ ਗਿਆ। ਬਾਬੇ ਨਾਨਕ ਨੇ ਆਪਣਾ ਭਾਂਡਾ ਰੱਖ ਦਿੱਤਾ, ਕਹਿੰਦਾ ਮੈਂ ਇਹੀ ਸੁਣਨਾ ਚਾਹੁੰਦਾ ਸੀ। ਹੁਣ ਭਗੀਰਥ ਕਹਿੰਦਾ ਨਾ ਬਾਬਾ ਮੈਂ ਤੈਨੂੰ ਆਉਂਦੇ ਸਾਰ ਨਾ ਇੱਕ ਪਹਿਚਾਣ ਕੀਤੀ, ਤੂੰ ਬੜਾ ਸਿਆਣਾ ਵਿਅਕਤੀ ਆ, ਪੜ੍ਹਿਆ ਲਿਖਿਆ ਗਾ, ਜਿਹੜਾ ਤੂੰ ਵੱਡਾ ਅਫਸਰ ਬਣ ਗਿਆ ਨਾ, ਛੋਟਾ ਮੋਟਾ ਥੋੜੀ ਹੋਵੇਂਗਾ, ਚੰਗੇ ਘਰਾਣੇ ਦਾ ਹੋਵੇਂਗਾ ਨਾ। ਪਰ ਮੈਨੂੰ ਇਉਂ ਲੱਗਦਾ, ਸੱਚੀ ਗੱਲ ਦੱਸ ਵੀ ਤੈਨੂੰ ਗਿਣਤੀ ਆਉਂਦੀ ਹੈ ਕਿ ਆਉਂਦੀ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦਾ ਆਉਂਦੀ ਆ। ਆਉਂਦੀ ਆ? ਹਾਂ ਆਉਂਦੀ ਆ। ਅੱਛਾ ਫਿਰ ਤੂੰ ਅੱਖਰ 3 ਨਹੀਂ ਬੋਲੇ ਨੇ। ਮੈਂ ਆਪਣਾ ਵਜਨ ਪੂਰਾ ਕਰਵਾ ਲਿਆ, ਜਿੰਨੀ ਜਿਨਸ ਕਣਕ ਚਾਹੀਦੀ ਹੈ ਮੈਨੂੰ, ਮੈਂ ਆਪਣਾ ਵਜਨ ਪੂਰਾ ਕਰਵਾ ਲਿਆ, ਪਰ ਆਨਸਰ ਤੂੰ 3 ਨਹੀਂ ਬੋਲੇ ਨੇ। ਪਰ ਮੈਨੂੰ ਇਉਂ ਦੱਸ ਤੈਨੂੰ ਗਿਣਤੀ ਆਉਂਦੀ ਹੈ ਕਿ ਨਾ। ਗੁਰੂ ਨਾਨਕ ਸਾਹਿਬ ਕਹਿੰਦਾ ਆਉਂਦੀ ਹੈ। ਫਿਰ 3 ਅੱਖਰ ਕਿਉਂ ਵਰਤੇ? ਵਿਚਾਲੇ ਅੱਖਰ ਸਾਰੀ ਛੱਡ ਦੇ ਤੈਂ, ਉਹ ਤਾਂ ਮੈਂ ਖੁਦ ਕੋਲੇ ਖੜ ਕੇ ਗਿਣੀ ਜਾਂਦਾ ਸੀ, ਤੈਨੂੰ ਦੱਸਤਾ। ਹੋ ਸਕਦਾ ਤੇ ਤੂੰ ਗਿਣਤੀ ਘੱਟ ਵੱਧ ਕਰਕੇ ਝਿੜਕਾਂ ਖਾਂਦਾ ਦੌਲਤ ਖਾਨ ਤੋਂ। ਬਾਬਾ ਮੈਂ ਤੈਨੂੰ ਗੱਲ ਕਹਿਣਾਗਾ, ਜੇ ਤੈਨੂੰ ਗਿਣਤੀ ਆਉਂਦੀ ਵੀ ਹੈ ਨਾ, ਮੇਰੇ ਹਿਸਾਬ ਨਾਲ ਤੂੰ ਇੱਥੇ ਸਹੀ ਨਹੀਂਗਾ, ਤੂੰ ਇੱਥੋਂ ਛੱਡ ਜਾ। ਤੂੰ ਦੌਲਤ ਖਾਨ ਨੂੰ ਵੀ ਉਜਾੜੇਂਗਾ ਤੇ ਤੂੰ ਆਪਣਾ ਪਰਿਵਾਰ ਵੀ ਉਜਾੜ ਲਵੇਂਗਾ। ਕਿਉਂ? ਰਾਇ ਤਾਂ ਵਧੀਆ ਦਿੱਤੀ ਹੈ ਨਾ, ਤੇਰਾ ਹਿਸਾਬ ਕਿਤਾਬ ਇੱਥੇ ਨਹੀਂ ਚੱਲਣਾਗਾ।
क्योंकि इदू पहला वाले जिहड़े मुलाजम सी बड़े हुशियार सी, बड़े चलाक सी, बड़ा धोखा बेईमाना करते सी। पर तू मैनू लगता भी सच्चा जा बंदा गा, भी तेरा इत्थे काम नहीं चलना गा, तू वग जा इत्थों, नहीं तो तू दौलत खां तो झिड़कां खावेंगा, इहदा खजाना उजाड़ देवेंगा, नाले तू अपना घर उजाड़ देवेंगा। पर चेता रखियो ये उजाड़न वाला नहीं, ये तो वह आ जिहड़ा लोकां दे घर वसाउण वाला, ये उजाड़न वाला नहीं है। हुण भगीरथ नाल गलबात हुंदी आ। हुण नानक कहंदा भलिया मैनू जरूर पता भी मेरी गिणती च फर्क आ, पर मैं ना तैनूं की दसां, मैनू आ 3 अखरां दे नाल बड़ा ज़्यादा प्यार आ, नजायज़ प्यार आ 3 अखरां दे नाल प्यार आ, मैनू 3 अखरां दे नाल प्यार आ। हुण भगीरथ अपनी वजन वेट पूरा करवा के तुरन दे लई तैयार आ, पर जदों गुरु नानक साहिब ने कहता ना आ 3 अखरां नाल मैनू प्यार आ, 1 नाल 7 नाल 13 नाल प्यार आ ना मैनू, भगीरथ कहंदा यार तू कमाल दा बंदा गा, मैं तुरन दे लई तैयार खड़ा, पर तू गल ही इहो जी करती जिहड़ी गल दे लई ना मैनू रोकण दे लई मजबूर होना पै गया। गिणती करन वास्ते हुंदी आ, हिसाब किताब रखण वास्ते हुंदी आ, गिणती नूं प्यार थोड़ी करीदा गा। गुरु नानक साहब कहंदा पर सोडे लई हिसाब किताब वाली होनी आ, पर मेरे लिए तो ना ये प्यारी गिणती आ। भगीरथ कहंदा क्यों ते किवें, जो गल कहती ना क्यों ते किवें, आपां लड़ीवार विचार सुनते ना, आपां कई बार वचन बोलते हैं भी जेड़े गुरसिख दे अंदर क्यों ते किवें आ गई ना गल, भी आ क्यों आ ते आ किवें आ, बाबा नानक नूं बड़ा प्यार करदा गा। बाबा नानक ये नहीं देखदा कपाल मोचन किहड़ा ला के आऊगा मैं उहनूं प्यार करदा, ना ना ना, बाबा नानक ये नहीं वेखदा भी इत्थे मेरे कोले किहड़ा गीजा भर के लेके आएगा, किहड़े दे हत्थ विच की हैगा। बाबा नानक ये देखदा तेरे दिल च प्यार है, क्यों ते किवें दी भावना है, जे हैगी है ना फिर मेरे तू कोले बह जा। हुण बाबे नानक ने ना भगीरथ नूं प्यार करना शुरू कर दिता बहाने दे नाल। कहंदा जे तू ये पुछना ना क्यों ते किवें, गिणती गिणन वास्ते हुंदी आ, हिसाब किताब वास्ते हुंदी आ, ते इह 3 अखरां नाल मैनूं प्यार आ। जे तू प्यार दी गल पुछनी आ ना फिर अपने नौकर दे सिर तो वजन ला दे, बह जा। गुरु नानक साहब ने भगीरथ नूं अपने कोले बहा लिया ते हुण दसना शुरू कीता। कहंदा एक नाल मैनूं तां प्यार आ, परमात्मा है एक, रब एक आ। दूजी गल सत नाल मैनूं तां प्यार आ, वो है ही सच्चा, दुनिया दे सब कुछ झूठ आ। लिखिया ना बाणी विच झूठ 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 दुनी गुमान, यही लिखिया ना भी जेड़ा सारा कुछ आ देख रहे हैं सारा पसारा झूठ दा गा। खूब 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 5 बार लिखिया गा गुरु नानक साहब ने, खूब 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 5 बारी लिख के ना, खूब मतलब सच्चा, वधिया, चंगा, सुंदर, तेरा नाम, वो परमात्मा का नाम बड़ा खूब आ, परमात्मा बड़ा वधिया गा, परमात्मा कला सच्चा गा, बाकी सब कुछ झूठ आ। 2 अखरां दी विचार गुरु नानक साहब ने दस दिती, ते तीजे अखर की विचार ना भगीरथ हथ जोड़ के पुछदा, कहंदा हुण तीजे बारे भी कहंदा माड़ी जी खाने च पा दे, सच्ची गल जानी। कहंदा पहला मैं आया ना तैनूं सुनिया, तैनूं वेख्या, लग्या भी बड़ा तेज बंदा होवेंगा, तेरी गिणती सुन के मैनूं इउं लग्या तू पागल आ, ते तेरे नाल विचार करके मैनूं ऐ लगदा मेरा दिल दा जानी तू ही आ। 2 अखरां दी विचार दसदी ना मैनूं तेरे नाल प्यार पै गया, ते हुण तीजे अखर दा भी उत्तर दे दे। बाबा नानक कहंदा मैं तेरा ते तू मेरा। वो गल भगीरथ ने पहला बोलती सी तेरा हो गया, वो गल पहला कहती सी ना, हुण जे तू तेरा हो गया ना ते सच जानी तेरे मेरे विच अंतर कोई नहीं। जिस दिन बंदा आके गुरु कोले कह देना मैं तेरा जां तेरा कह दे, उस दिन सारे झमेले कलेश दुख मिट जाते ने, ते दुख तकलीफ है काहदे च, मेरे च। जो बंदा कहता मेरा मेरा मेरा, मेरी मेरी मेरी, मैं, तकलीफ काहदे च, मैं मेरी च। जिस दिन आके कहता तेरा हो गया, उस दिन सारिया तकलीफां मिट जांदियां। जदों आ 3 अखरां दे गुरु साहब ने ना गुरबाणी दे मुताबक अर्थ कर दिते, पूरी दी पूरी उत्थे संगत ते भाई भगीरथ गुरु नानक साहब दे पैरां विच डिग पे, गुरु नानक साहब दे चरनी लागे, सारी चरनी लागे। तू अवसर नहीं, तू तो सच्ची मुच्ची ना रब दा बंदा गा, तू दौलत खां दा बंदा नहीं,
ਤੂੰ ਰੱਬ ਦਾ ਬੰਦਾ ਗਾ। ਲੋਕਾਂ ਨੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਜਿਹੜੇ ਵਿਰੋਧ ਕਰਦੇ ਸੀ ਨਾ ਉਹਨਾਂ ਦੇ ਮੂੰਹ ਤੇ ਪਈਆਂ। ਹੁਣ ਵਿਰੋਧ ਕੌਣ ਕਰਦੇ ਸੀ? ਜਿਹੜੇ ਗੁਰੂ ਨਾਨਕ ਸਾਹਿਬ ਵਾਲੀ ਜਗ੍ਹਾ ਤੋਂ ਹਟ ਕੇ ਗਏ ਸੀ ਉਹ ਵਿਰੋਧ ਕਰਦੇ ਸੀ। ਸਾਰੇ ਹੁਣ ਲੋਕਾਂ ਨੂੰ ਭਟਕਾਉਂਦੇ ਸੀ। ਜਿਹੜੇ ਲੋਕਾਂ ਨੂੰ ਭਟਕਾਉਂਦੇ ਸੀ ਨਾ ਅੱਜ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਤੇ ਗੁਰੂ ਨਾਨਕ ਸਾਹਿਬ ਦੀ ਸੋਭਾ ਸੁਲਤਾਨਪੁਰ ਦੀ ਧਰਤੀ ਤੇ ਬਹੁਤ ਜ਼ਿਆਦਾ ਵੱਧ ਗਈ। ਤੇ ਇਧਰੋਂ ਨਾਨਕੀ ਆਪਣੇ ਵੀਰ ਦੇ ਵਿਆਹ ਬਾਰੇ ਸੋਚਦੀ ਆ ਤੇ ਉਧਰੋਂ ਨਾਨਕ ਦਾ ਪਿਓ ਸੋਚਦਾ ਵੀ ਗੁਰੂ ਨਾਨਕ ਸਾਹਿਬ ਦਾ ਵਿਆਹ ਕਰ ਦਿੱਤਾ ਜਾਵੇ। ਚੇਤਾ ਰੱਖਿਓ ਨਾਨਕੀ ਦੇ ਵਿਚੋਲੇ ਦੌਲਤ ਖਾਂ ਤੇ ਰਾਏ ਬੁਲਾਰ, ਜੈ ਰਾਮ ਦੇ ਨਾਲ ਵਿਆਹ ਹੋਇਆ ਨਾ, ਘਰ ਦੇ ਵਿੱਚ ਹੀ ਵਿਚੋਲੇ ਬਣ ਗਏ। ਤੇ ਹੁਣ ਗੁਰੂ ਨਾਨਕ ਸਾਹਿਬ ਦਾ ਵਿਚੋਲਾ ਕੌਣ ਆਗਾ? ਚੇਤਾ ਰੱਖਿਓ ਕਈ ਵਾਰ ਕੋਈ ਪ੍ਰਸ਼ਨ ਪੁੱਛ ਲੈਣਾ ਵੀ ਗੁਰੂ ਨਾਨਕ ਸਾਹਿਬ ਦਾ ਵਿਚੋਲਾ, ਵੈਸੇ ਆਪਣੇ ਧਿਆਨ 'ਚ ਕਦੇ ਸਵਾਲ ਨਹੀਂ ਆਇਆ, ਜੇ ਕੋਈ ਪੁੱਛ ਲੈਣਾ ਜਵਾਬ ਦੇ ਦਿਓ ਕੌਣ ਆਗਾ? ਗੁਰੂ ਨਾਨਕ ਸਾਹਿਬ ਦਾ ਵਿਚੋਲਾ ਬੇਬੇ ਨਾਨਕੀ ਦੇ ਘਰ ਵਾਲਾ ਭਾਈ ਜੈ ਰਾਮ। ਕਿਉਂ? ਕਿਉਂਕਿ ਜਿਹੜਾ ਜੈ ਰਾਮ ਆ ਨਾ ਇਹਦਾ ਆਉਣ ਜਾਣ ਮੁਲਾਜ਼ਮ ਹੋਣ ਕਰਕੇ, ਸਰਕਾਰੀ ਮੁਲਾਜ਼ਮ ਹੋਣ ਕਰਕੇ ਨਾ ਇਹਦਾ ਆਉਣ ਜਾਣ ਤਲਵੰਡੀ ਦੇ ਚੌਧਰੀ ਨਾਲ ਵੀ ਆ ਤੇ ਸੁਲਤਾਨਪੁਰ ਦੇ ਚੌਧਰੀ ਨਾਲ ਵੀ ਆ, ਹੋਰਾਂ ਚੌਧਰੀਆਂ ਨਾਲ ਵੀ ਆਉਣ ਜਾਣ ਹੈ। ਤੇ ਜਿੱਥੇ ਜਾ ਕੇ ਬਟਾਲੇ ਬੇਬੇ ਸੁਲੱਖਣੀ ਦੇ ਨਾਲ, ਮਤਲਬ ਕਿ ਗੁਰੂ ਨਾਨਕ ਸਾਹਿਬ ਦਾ ਰਿਸ਼ਤਾ ਹੋਣਾ ਨਾ, ਤੇ ਬੇਬੇ ਸੁਲੱਖਣੀ ਦੇ ਮਾਤਾ ਪਿਤਾ ਮਾਈ ਚੰਦੋ ਰਾਣੀ ਤੇ ਪਿਤਾ ਮੂਲ ਚੰਦ, ਤੇ ਮੂਲ ਚੰਦ ਵੀ ਪਟਵਾਰੀ ਆ। ਪਿਓ ਵੀ ਪਟਵਾਰੀ ਤੇ ਸਹੁਰਾ ਵੀ ਕੁਦਰਤੀ ਤੌਰ ਤੇ ਮੂਰੇ ਪਟਵਾਰੀ ਮਿਲਿਆ। ਤੇ ਬੇਬੇ ਸੁਲੱਖਣੀ ਨਾਲ ਰਿਸ਼ਤਾ ਕਰਵਾਉਣ ਵਾਲਾ ਭਾਈ ਜੈ ਰਾਮ ਨੇ ਬਟਾਲੇ ਦੇ ਪਟਵਾਰੀ ਨਾਲ ਰਾਏ ਕੀਤੀ ਵੀ ਉਹਨੇ ਵੀ ਗਾਹਾਂ ਸੁਨੇਹਾ ਲਾਇਆ ਵੀ ਸੀ ਵੀ ਕੋਈ ਲੜਕਾ ਹੋਵੇ ਨਾ ਵਧੀਆ ਤੇ ਜ਼ਰੂਰ ਦੱਸਿਓ। ਤੇ ਅੱਜ ਗੁਰੂ ਨਾਨਕ ਸਾਹਿਬ ਦੇ ਰਿਸ਼ਤੇ ਦੀ ਵੀ ਗੱਲ ਸ਼ੁਰੂ ਹੋ ਗਈ। ਚਲੋ ਗੁਰੂ ਪਾਤਸ਼ਾਹ ਕਿਰਪਾ ਕਰਨ। ਅੱਜ ਆਪਾਂ ਇੱਥੋਂ ਤੱਕ ਹੀ ਗੁਰੂ ਇਤਿਹਾਸ ਦੀ ਸਮਾਪਤੀ ਕਰਦੇ ਹਾਂ। ਬੋਲਦਿਆਂ ਤੋਂ ਬੜੀਆਂ ਭੁੱਲਾਂ ਰਹਿ ਜਾਂਦੀਆਂ ਨੇ। ਸੰਗਤ ਤੇ ਗੁਰੂ ਸਾਹਿਬ ਬਖਸ਼ ਨੇ ਬਖਸ਼ ਲੈਣਾ। ਤੇ ਸਾਰੀ ਸੰਗਤ ਦਾ ਧੰਨਵਾਦ। ਗੁਰੂ ਪਾਤਸ਼ਾਹ ਕਿਰਪਾ ਕਰਨ। ਜੋ ਆਪਾਂ ਸੁਣਦੇ ਆ ਇਹਨੂੰ ਇੱਕ ਲੜੀ ਦੇ ਤਹਿਤ ਨਾਲ ਲਈ ਚੱਲਿਓ ਤੇ ਨਾਲ ਆਪਣੀ ਜ਼ਿੰਦਗੀ 'ਚ ਕੁਝ ਸਿੱਖਣ ਦਾ ਵੀ ਆਪਾਂ ਕੰਮ ਕਰਨਾ। ਇੱਦਾਂ ਪਰਨ ਕਰਨਾ ਵੀ ਗੁਰੂ ਨਾਨਕ ਸਾਹਿਬ ਦਾ ਜੀਵਨ ਸੁਣ ਕੇ ਮੈਨੂੰ ਕੀ ਸੇਧ ਮਿਲੀ ਆ ਤੇ ਮੈਂ ਕੀ ਕਰ ਰਿਹਾ, ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਜੋ ਕਰਨਾ ਚਾਹੀਦਾ ਉਹ ਕਰ ਲਈਏ, ਜੋ ਛੱਡਣਾ ਚਾਹੀਦਾ ਉਹ ਛੱਡ ਦਈਏ। ਸੋ ਅੱਗੇ ਗੁਰੂ ਪਾਤਸ਼ਾਹ ਦੇ ਜੀਵਨ ਨਾਲ ਕਿਹੋ ਜਿਹਾ ਵਰਤਾਂਤ ਹੁੰਦਾ ਉਹ ਆਉਣ ਵਾਲਾ ਵਕਤ ਦੱਸੇਗਾ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।